ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਤਿਗੁਰ ਕੇ ਸਰਾਪ ਕੋ ਸਗਲ ਰਹੇ ਬਿਸਮਾਈ। ਸੁਧ ਦਮੋਦਰੀ ਟਿਗ ਗਈ ਬਹੁਤ ਬੈਠ ਪਛਤਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਐਸੇ ਦੀਨ ਦਇਆਲ ਪਾਤਸ਼ਾਹ ਪਰਮ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਾਵਰ ਛਤਰ ਤਖਤ ਦੇ ਮਾਲਕ ਸਰਵਰੇ ਕਾਇਨਾਤ ਹਾਲਤ ਪਲਤ ਦੇ ਰੱਖਿਅਕ ਗੁਰਤਾ ਗਦੀ ਤੇ ਸੁਭਾਏਮਾਨ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਮੁਕੱਦਸ ਗੋਦ ਦਾ ਨਿਗਮਾਨ ਰਹੇ। ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਆਪ ਜੀ ਪਿਛਲੇ ਪੈਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਚੱਲ ਰਹੇ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਨ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਨਾਨਕ ਨਾਮ ਨਰਿੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ। ਤਾ ਤੇ ਅੰਗਦ ਅੰਗ ਸੰਗ ਭਇਓ ਸਾਇਆ ਰਤਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੇ ਬਡਾਈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨਾ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨ ਨਮਸਕਾਰਿਆ। ਅਟਲ ਅਥਾਹੋ ਤੋਲ ਤੂ ਤੇਰਾ ਅੰਤ ਨ ਪਾਰਾ ਵਾਰਿਆ। ਐਸੇ ਦੀਨ ਦਇਆਲ ਪਾਤਸ਼ਾਹ ਨਿਮਰਤਾ ਦੇ ਪੁੰਜ ਸੋਢੇ ਸੁਲਤਾਨ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਆਪ ਸਮੁੱਚੀਆਂ ਸੰਗਤਾਂ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ ਗੁਰਚਰਨਾਂ ਵਿੱਚ ਜੁੜ ਕਰਕੇ ਮਨਾ ਰਹੇ ਹੋ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸਤਿਗੁਰਾਂ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ।
ਅੱਜ ਦੇ ਦਿਨ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਹਰੀਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਸਤਿਗੁਰੂ ਪਾਤਸ਼ਾਹ ਜੀ ਦਾ ਆਗਮਨ ਹੋਇਆ। ਪਰਿਵਾਰ ਨੇ ਬੜੇ ਪਿਆਰ ਦੇ ਨਾਲ ਜੇਠਾ ਨਾਮ ਰੱਖਿਆ। ਮਾਤਾ ਦਇਆ ਕੌਰ ਨੇ ਜੀਵਨ ਦੇ ਵਿੱਚ ਦਇਆ ਭਰਨੀ ਪ੍ਰਾਰੰਭ ਕੀਤੀ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮੌਜ, ਉਹਦਾ ਹੁਕਮ ਕੁਝ ਹੋਰ ਸੀ। ਛੋਟੀ ਉਮਰੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਤਕਰੀਬਨ 7 ਸਾਲ ਦੀ ਉਮਰ ਹੋਈ। ਪਿਤਾ ਜੀ ਵੀ ਲੋਕ ਤੋਂ ਪਰਲੋਕ ਗਮਨ ਕਰ ਗਏ। ਬਾਬਾ ਜੇਠਾ ਜੀ ਅਨਾਥ ਹੋ ਗਏ। ਲਾਹੌਰ ਦੇ ਵਿੱਚ ਵਸਣ ਵਾਲੇ ਸ਼ਰੀਕੇ ਨੇ ਵੀ ਮੂੰਹ ਮੋੜ ਲਿਆ, ਕਿਉਂਕਿ ਗੁਰਬਾਣੀ ਅੰਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇ ਰਹਿ। ਜਦੋਂ ਬਿਪਤਾ ਆਣ ਪੈਂਦੀ ਹੈ, ਦੁੱਖ ਦਾ ਸਮਾਂ ਆਣ ਪੈਂਦਾ ਹੈ, ਫਿਰ ਆਪਣੇ ਵੀ ਮੂੰਹ ਮੋੜ ਲੈਂਦੇ ਨੇ। ਬਸਰ ਕੇ ਨਗਰ ਜਿੱਥੇ ਬਾਬਾ ਜੇਠਾ ਜੀ ਦੇ ਨਾਨਕਾ ਪਰਿਵਾਰ ਰਹਿੰਦਾ ਹੈ, ਨਾਨੀ ਜਿਸ ਦੀ ਬਜ਼ੁਰਗ ਅਵਸਥਾ ਹੈ, ਉਹ ਬਸਰ ਕੇ ਤੋਂ ਚੱਲ ਕਰਕੇ ਲਾਹੌਰ ਚੂਨਾ ਮੰਡੀ ਪਹੁੰਚੀ। ਮ੍ਰਿਤਕ ਸੰਸਕਾਰ ਦੀ ਸਾਰੀ ਕਿਰਿਆ ਕਰਕੇ ਬਾਬਾ ਜੇਠਾ ਜੀ ਆਪਣੇ ਦੋਤੇ ਨੂੰ ਨਾਲ ਲੈ ਕੇ ਲਾਹੌਰ ਤੋਂ ਨਾਨੀ ਨੇ ਬਸਰ ਕੀ ਵੱਲ ਰਵਾਨਾ ਕੀਤਾ। ਜੀਵਨ ਦੇ ਵਿੱਚ 2 ਅਵਸਥਾਵਾਂ ਐਸੀਆਂ ਹਨ ਜੋ ਸਹਾਰਾ ਲੋਚਦੀਆਂ ਹਨ। ਉਹਨਾਂ ਦੇ ਵਿੱਚ ਇੱਕ ਬਜ਼ੁਰਗੀ ਹੈ, ਦੂਸਰਾ ਬਚਪਨ ਹੈ। ਬਚਪਨ ਦੇ ਵਿੱਚ ਵੀ ਸਹਾਰੇ ਦੀ ਲੋੜ ਹੈ, ਬਜ਼ੁਰਗੀ ਦੇ ਵਿੱਚ ਵੀ ਸਹਾਰੇ ਦੀ ਲੋੜ ਹੈ। ਹੁਣ ਇਧਰ ਇੱਕ ਪਾਸੇ ਬਚਪਨ ਹੈ, ਦੂਸਰੇ ਪਾਸੇ ਬਜ਼ੁਰਗੀ ਦੀ ਅਵਸਥਾ ਹੈ। ਬਚਪਨ ਬਜ਼ੁਰਗੀ ਦਾ ਸਹਾਰਾ ਬਣਿਆ ਤੇ ਬਜ਼ੁਰਗ ਮਾਤਾ ਨਾਨੀ ਬਚਪਨ ਦਾ ਆਪਣੇ ਦੋਤੇ ਬਾਬਾ ਜੇਠਾ ਜੀ ਦਾ ਸਹਾਰਾ ਬਣੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਸਿਧਾਂਤ ਸਮੁੱਚੀ ਮਾਨਵਤਾ ਨੂੰ, ਸਮੁੱਚੀ ਲੋਕਾਈ ਨੂੰ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਬਾਬਾ ਜੇਠਾ ਜੀ ਨੇ ਉਸ ਸਿਧਾਂਤ ਨੂੰ ਅਪਣਾਇਆ ਹੈ। ਭਾਵੇਂ ਕਿ ਉਮਰ ਜਿਹੜੀ ਉਹ ਪੜ੍ਹਨ ਲਿਖਣ ਦੀ, ਖੇਡਣ ਦੀ ਹੈ, ਪਰ ਹਾਲਾਤ ਐਸੇ ਹੋਣ ਕਰਕੇ ਆਪਣੀ ਕਿਰਤ ਨੂੰ ਚੁਣਿਆ। ਜੋ ਸਿਧਾਂਤ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਉਹ ਜੀਵਨ ਅੰਦਰ ਧਾਰਨ ਕੀਤਾ। ਕਿਉਂਕਿ ਸ਼ੁਰੂ ਤੋਂ ਹੀ ਬਾਬਾ ਜੇਠਾ ਜੀ ਉਦਾਸੀ ਦੇ ਆਲਮ ਵਿੱਚ ਰਹਿੰਦੇ। ਵੰਡ ਛਕਣਾ, ਪਿਆਰ ਦੀ, ਪ੍ਰੇਮ ਦੀ ਭਾਵਨਾ ਸ਼ੁਰੂ ਤੋਂ ਇਸੀ ਬਚਪਨ ਤੋਂ ਹੀ। तो नानी ने घुंगड़ियां उबाल देनियां, शाबा भर देना। घुंगड़ियां दा शाबा लै करके घुंगड़ियां बेचनियां, जो वटक जो माया आनी उहदे तो जीवन का निर्वाह करना। गुरु साहब जी ने जिथे किरत करन दा सिद्धांत दिता, उत्थे वंड के छकण दा भी सिद्धांत दिता। एक दिन कोई भुखे साधु बाबा जेठा जी दे कोल आए, कहन लगे, बालक भुख बहुत लगी है, ये घुंगड़ियां सानू छका दे। बाबा जेठा जी ने बड़े प्रेम दे नाल सारियां घुंगड़ियां जिहड़ियां सन भुखे साधुआं नूं छका दित्तियां। खाली शाबा लैके घर वापस परत आए।
ਨਾਨੀ ਨੇ ਪੁੱਛਿਆ ਅੱਜ ਦੀ ਵਟਕ, ਕਹਿਣ ਲੱਗੇ ਅੱਜ ਦੀ ਵਟਕ, ਅੱਜ ਦੀ ਸੇਵਾ ਮੈਂ ਉਸ ਪ੍ਰਭੂ ਦੇ ਲੇਖੇ ਵਿੱਚ ਲਾਇਆ। ਉਸ ਪ੍ਰਭੂ ਦੇ ਪਿਆਰਿਆਂ ਨੂੰ ਮੈਂ ਅੱਜ ਸਾਰੀਆਂ ਘੁੰਗਣੀਆਂ ਜਿਹੜੀਆਂ ਉਹ ਛਕਾ ਦਿੱਤੀਆਂ। ਬੜੇ ਭੁੱਖੇ ਸਨ। ਵਜਦ ਵਿੱਚ ਆਈ ਨਾਨੀ ਦੇ ਮੁਖ ਤੋਂ ਇਹ ਸ਼ਬਦ ਨਿਕਲੇ ਕਿ ਹੇ ਦਾਤਾਰ ਪ੍ਰਭੂ, ਇਸ ਬਾਲਕ ਨੂੰ ਦਿਲ ਬਾਦਸ਼ਾਹਾਂ ਵਾਲਾ ਦਿੱਤਾ ਏ, ਇਹਨੂੰ ਉਹ ਦਾਤਾਂ ਵੀ ਐਸੀਆਂ ਬਖਸ਼ ਦੇ। ਉਹ ਵਜਦ ਵਿੱਚ ਆ ਨਿਕਲੀ ਹੋਈ ਅਰਦਾਸ ਗੁਰੂ ਦੇ ਘਰ ਤੇ ਗੁਰੂ ਘਰ ਵਿੱਚ ਪ੍ਰਵਾਨ ਹੋਈ। ਪ੍ਰਭੂ ਨੇ ਸੁਣੀ ਹੈ। 16 ਸਾਲ ਦੀ ਉਮਰ ਹੋਈ। ਬਾਸਰ ਕੇ ਨਗਰ ਤਿਆਗ ਕਰਕੇ ਗੋਇੰਦਵਾਲ ਸਾਹਿਬ, ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਗਰ ਵਸਾਇਆ, ਬਾਉਲੀ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ। ਉਹ ਕਾਰ ਸੇਵਾ ਦੇ ਵਿੱਚ ਲਾਗੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਸੇਵਾ ਕਰਨੀ, ਔਰ ਨਾਲ ਨਾਲ ਆਪਣੀ ਕਿਰਤ ਵੀ ਕਰਨੀ। ਇਹ ਨਹੀਂ ਕਿ ਆਪਣੀ ਕਿਰਤ ਤਿਆਗ ਦਿੱਤੀ, ਕਿਰਤ ਵੀ ਜਾਰੀ ਹੈ, ਕਿਰਤ ਵੀ ਕਰਨੀ, ਪਰ ਬਹੁਤਾ ਸਮਾਂ ਗੁਰੂ ਕੀ ਸੇਵਾ ਦੇ ਵਿੱਚ ਲਾਉਣਾ। ਤੇ ਸੇਵਾ ਕਰਦਿਆਂ ਕਰਦਿਆਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਜ਼ਰ ਵਿੱਚ ਪ੍ਰਵਾਨ ਹੋਏ। सतगुरु जी का पावन बचन है, सा सेवा कीती सफल है। जब सतगुरु का मन मने, जा सतगुरु का मन मनिया ता पाप कसम न भले। गुरु का सिख जो प्रेम भावना नूं लैकर के बड़ी श्रद्धा बड़ी प्रेम नाल गुरु चरणा विच आकर के सेवा करदा है, आपा नहीं जलाउंदा। हौमे हंकार तो दूर होके निर्मानता साथ सेवा करदा, वो सेवा सतगुरु दे दर ते प्रवान हुंदी है। इतिहास गवाह है कि जिन्हां ने भी इस प्रकार दे नाल प्रेम विच भिज करके निष्काम सेवा आपा भाव खत्म करके गुरु चरणा नूं समर्पित होके कीती है, ते सतगुरु पातशाह जी ने उन्हां नूं बख्शिशां नाल निवाजे है। जे सेवा कीती भाई मंझ जी ने, ते सतगुरु पातशाह जी ने क्या मंझ गुरु मंझ प्यारा गुरु को गुर मंझ प्यारा, मंझ गुरु का बोह था जग लंघन हारा। जे सेवा कीती है बाबा बिधि चंद जी ने, तो गुरु पातशाह जी ने क्या विधि चंद शीना गुरु का सीना। सेवा कीती है भाई जाता जी जीवन संघ जी ने, ते पातशाह जी ने छाती नाल ला के क्या रगरेटे गुरु के बेटे। पर सतगुरु के दर ते सेवा प्रवान हो जाए, आपा भाव अंदरों मर जाए, हौमे हंकार जिहड़ी आ खत्म हो जाए, फिर सतगुरु जी बख्शिशां नाल निवाजदे ने। सेवा दर ते प्रवान होई, नजर च प्रवान होए। एक दिन का समा सिर ते टोकरी मिट्टी दी भर के ढोरे ने। इधरों धन गुरु अमरदास पातशाह जी दे महल माता जी चल के आए, कहन लगे बीबी भानी वर जोग होई है, ओदे लिए कोई चंगा जोग वर हुण सानू ओदी भाल करनी चाहिदी है। बीबी भानी जी गुरु घर दे विच ऐसे को महान औरत है जो गुरु सुपुत्री भी ने गुरु सुपत्नी भी ने, ते अगे सतगुरु पातशाह जी ने ऐसा मान बीबी भानी जी नूं बख्शिश किया कि गुरु जननी भी ने। और बीबी भानी जी वास्ते जो ये बचन किया वर दे बाबत, धन गुरु अमरदास पातशाह जी कहन लगे वर कैसा होना चाहिए। तो माता जी कह लगे बाबा जेठा जी तुरे आ रहे सन, टोकरी सिर ते रखी हुई है, कहन लगे वर ऐसा होवे भाई जेठा जी वर्गा। ते धन गुरु अमरदास पातशाह कहन लगे एदे वर्गा तो फिर यही है करतार ने बनाया। अपनी सुपुत्री का रिश्ता विवाह बीबी भानी का बाबा जेठा जी नाल कीता। गुरु घर दे नाल नाता जुड़िया है, भावें गुरु घर दे जवाई बने ने,
ਪਰ ਮਨ ਦੇ ਵਿੱਚ ਇਹ ਖਿਆਲ ਕਦੀ ਨਹੀਂ ਲਿਆਂਦਾ, ਇਹ ਭਾਵਨਾ ਕਦੀ ਨਹੀਂ ਰੱਖੀ। ਇੱਕ ਨਿਮਾਣਾ ਸੇਵਕ ਬਣ ਕੇ ਵਿਚਰਦੇ ਰਹੇ। ਸੇਵਾ ਵਿੱਚ ਕੋਈ ਫਰਕ ਨਹੀਂ ਆਉਣ ਦਿੱਤਾ। ਸੇਵਾ ਉਸੇ ਤਰ੍ਹਾਂ ਨਿਰੰਤਰ ਜਾਰੀ ਹੈ। ਭਾਵੇਂ ਇੱਕ ਦਿਨ ਲਾਹੌਰ ਤੋਂ ਸ਼ਰੀਕੇ ਦੇ ਵਿੱਚੋਂ ਕੁਝ ਲੋਕ ਚੱਲ ਕੇ ਆਏ, ਗੋਇੰਦਵਾਲ ਸਾਹਿਬ ਰੁਕੇ, ਵੇਖਿਆ ਕਿ ਇੱਥੇ, ਕਿਉਂਕਿ ਇੱਕ ਦਿਨ ਉਹ ਸੀ ਜਦੋਂ ਬਾਬਾ ਜੇਠਾ ਜੀ ਅਨਾਥ ਹੋ ਗਏ, ਸਾਰਿਆਂ ਨੇ ਮੂੰਹ ਮੋੜ ਲਏ ਸਨ। ਕਿਉਂਕਿ ਗੁਰਬਾਣੀ ਵਿੱਚ ਸਾਹਿਬ ਜੀ ਨੇ ਕਿਹਾ, ਸੁਖਮਾ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ। ਜਦੋਂ ਬਿਪਤਾ ਦੀ ਦੁੱਖ ਦੀ ਘੜੀ ਸੀ, ਉਹ ਸਾਰਿਆਂ ਨੇ ਮੂੰਹ ਮੋੜ ਲਏ। ਕਿਸੇ ਨੇ ਬਾਬਾ ਜੇਠਾ ਜੀ ਦੀ ਬਾਂਹ ਨਹੀਂ ਫੜੀ। ਤੇ ਜੇ ਅੱਜ ਸੰਬੰਧ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਘਰ ਨਾਲ ਜੁੜਿਆ ਤੇ ਅੱਜ ਸਮਾਂ ਹੁਣ ਵੇਖ ਕਰਕੇ ਕਿ ਹੁਣ ਸਾਡੇ ਗੁਰੂ ਘਰ ਦੇ ਨਾਲ ਸੰਬੰਧ ਬਣ ਚੁੱਕਾ ਹੈ। ਸਾਡੀ ਆਪਣੀ ਬਰਾਦਰੀ ਦਾ ਬੱਚਾ ਬਾਬਾ ਜੇਠਾ ਜੀ ਇਸ ਘਰ ਦੇ ਜਵਾਈ ਬਣੇ ਨੇ। ਹੁਣ ਇਹ ਸਮਾਂ ਵੇਖ ਕੇ ਮਨ ਵਿੱਚ ਇਹ ਖਿਆਲ ਲੈ ਕੇ ਕਿ ਕਿਉਂ ਨਾ ਬਾਬਾ ਜੇਠਾ ਜੀ ਨੂੰ ਮਿਲਦੇ ਜਾਈਏ, ਸਾਡੇ ਕੁੜਮਾਂ ਦਾ ਘਰ ਹੈ। ਅੱਗੋਂ ਵੇਖਿਆ ਬਾਬਾ ਜੇਠਾ ਜੀ ਸਿਰ ਤੇ ਟੋਕਰੀ ਮਿੱਟੀ ਦੀ ਭਰ ਕੇ ਆ ਰਹੇ ਨੇ। ਵੇਖ ਕੇ ਬੜੇ ਮਨ ਵਿੱਚ ਕ੍ਰੋਧਿਤ ਹੋ ਕੇ ਕਹਿਣ ਲੱਗੇ ਕਿ ਤੂੰ ਸਾਡੇ ਸੋਢਿਆਂ ਦੀ ਉੱਚੀ ਕੁੱਲ ਨੂੰ ਲਾਜ ਲਾ ਦਿੱਤੀ ਹੈ। ਤੂੰ ਸਾਰਿਆਂ ਦੇ ਘਰ ਦੇ ਵਿੱਚ ਇੱਕ ਨੌਕਰਾਂ ਦੇ ਵਾਂਗੂ ਤੂੰ ਕੰਮ ਕਰ ਰਿਹਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੀ ਜਾ ਕੇ ਮਿਲ ਕੇ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ, ਤੁਸੀਂ ਤਾਂ ਸਿਆਣੇ ਹੋ, ਆਪਣੇ ਜਵਾਈ ਦੇ ਕੋਲੋਂ ਸਿਰ ਦੇ ਉੱਤੇ ਮਿੱਟੀ ਢਵਾ ਰਹੇ ਹੋ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਤੁਹਾਨੂੰ ਇਹ ਮਿੱਟੀ ਦੀ ਟੋਕਰੀ ਨਜ਼ਰ ਆਉਂਦੀ ਹੈ, ਮੈਨੂੰ ਤਾਂ ਦੀਨ ਦੁਨੀ ਦਾ ਛਤਰ ਨਜ਼ਰ ਆਉਂਦਾ ਹੈ। ਇੱਕ ਦਿਨ ਉਹ ਸਮਾਂ ਵੀ ਆਇਆ ਜਦੋਂ ਸੇਵਾ ਦਰ ਤੇ ਪ੍ਰਵਾਨ ਹੋਈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਜਦੋਂ ਪਰਖ ਕੀਤੀ, ਪੁੱਤਰਾਂ ਦੇ ਵਿੱਚੋਂ ਜਵਾਈਆਂ ਦੇ ਵਿੱਚੋਂ ਬਾਬਾ ਜੇਠਾ ਜੀ ਪਰਖ ਵਿੱਚ ਖਰੇ ਉਤਰੇ ਤਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਿਆਈ ਦੀ ਬਖਸ਼ਿਸ਼ ਕੀਤੀ। ਜਿੱਥੇ ਅਸੀਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਨਿਮਰਤਾ ਦੇ ਪੁੰਜ ਆਖਦੇ ਆ, ਇਹ ਕੇਵਲ ਕਹਿਣ ਵਿੱਚ ਨਹੀਂ, ਸੱਚਮੁੱਚ ਜੀਵਨ ਐਸਾ ਸੀ ਕਿ ਭਾਵੇਂ ਕਿੰਨੀਆਂ ਵੀ ਵੱਡੀਆਂ ਦਾਤਾਂ ਪ੍ਰਾਪਤ ਹੋ ਜਾਣ, ਫਿਰ ਵੀ ਹਰ ਵੇਲੇ ਨਿਰਮਾਨਤਾ ਬਣੀ ਰਹਿੰਦੀ ਹੈ। ਤੇ ਗੁਰੂ ਸਾਹਿਬ ਜੀ ਨੇ ਜਦੋਂ ਗੁਰਿਆਈ ਦੀ ਬਖਸ਼ਿਸ਼ ਕੀਤੀ ਤੇ ਕਹਿਣ ਲੱਗੇ, ਪੁਰਖਾ ਕੁਝ ਬੋਲ, ਆ ਸੰਗਤਾਂ ਤੇਰੇ ਮੁਖ ਤੋਂ ਕੁਝ ਸੁਣਨਾ ਚਾਹੁੰਦੀਆਂ ਨੇ। ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਕਿੰਨੇ ਨਿਮਰਤਾ ਭਰੇ ਬੋਲ ਸਨ। ਜਦੋਂ ਸੇਵਕ ਦੇ ਵਾਂਗ ਵਿਚਰਦੇ ਨੇ, ਉਸ ਵਕਤ ਅਕਬਰ ਬਾਦਸ਼ਾਹ ਜਦੋਂ ਲਾਹੌਰ ਆਇਆ, ਸਨਾਤਨ ਮਤ ਵਾਲਿਆਂ ਨੇ ਬੜੀਆਂ ਜਾ ਕੇ ਚੁਗਲੀਆਂ ਕੀਤੀਆਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਅਮਰਦਾਸ ਜੀ ਰਾਮ ਰਾਮ ਦਾ ਨਾਂ ਛੱਡ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਾਉਂਦੇ ਨੇ। ਉਹ ਗਾਇਤਰੀ ਮੰਤਰ ਨਹੀਂ ਪੜ੍ਹਦੇ, ਸੰਸਕ੍ਰਿਤ ਭਾਸ਼ਾ ਉਹਨਾਂ ਨੇ ਤਿਆਗ ਦਿੱਤੀ ਹੈ। ਇੱਕੋ ਥਾਂ ਤੇ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਦੇ ਵਿੱਚ ਵੰਡ ਕੇ ਸਾਰਿਆਂ ਨੂੰ ਛਕਾਉਂਦੇ ਨੇ। ਇੱਕੋ ਥਾਂ ਤੇ ਸਾਰਿਆਂ ਨੂੰ ਭੋਜਨ ਛਕਾਇਆ ਜਾਂਦਾ ਹੈ। ਇੱਕੋ ਥਾਂ ਤੇ ਸਾਰੇ ਲੋਕ ਮਿਲ ਕੇ ਬੈਠਦੇ ਨੇ। ਤੋ ਧਰਮ ਦਾ ਮਾਮਲਾ ਜਾਣ ਕਰਕੇ ਅਕਬਰ ਬਾਦਸ਼ਾਹ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਸੁਨੇਹਾ ਭੇਜਣਾ ਕੀਤਾ ਕਿ ਇਹਨਾਂ ਸਵਾਲਾਂ ਦਾ ਜਵਾਬ ਆਪ ਜੀ ਆ ਕੇ ਦੇਣਾ ਕਰੋ। ਤਾਂ ਉਸ ਵਕਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਬਾ ਜੇਠਾ ਜੀ ਨੂੰ ਲਾਹੌਰ ਭੇਜਿਆ। ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਲਾਹੌਰ ਗਏ। ਚੂਨਾ ਮੰਡੀ ਲਾਹੌਰ ਵਿਖੇ ਰਾਤ ਦਾ ਸਮਾਂ ਬਤੀਤ ਕੀਤਾ। ਸਵੇਰੇ ਬੜੇ ਅਦਬ ਦੇ ਨਾਲ ਇੱਕ ਦੂਤ ਭੇਜਿਆ ਗਿਆ ਅਕਬਰ ਬਾਦਸ਼ਾਹ ਵੱਲੋਂ। ਉਹ ਦੂਤ ਲੈ ਕਰਕੇ ਬਾਬਾ ਜੇਠਾ ਜੀ ਨੂੰ ਰਾਜ ਦਰਬਾਰ ਦੇ ਵਿੱਚ ਪਹੁੰਚਿਆ। ਜਦੋਂ ਸਵਾਲਾਂ ਦੇ ਜਵਾਬ ਦੇਣ ਵਾਸਤੇ ਕਿਹਾ
ਤੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋ ਹੁਕਮ ਸੀ ਪਾ ਕਰਕੇ ਗਏ। ਬਾਬਾ ਜੇਠਾ ਜੀ ਜਵਾਬ ਦਿੰਦਿਆਂ ਕਹਿਣ ਲੱਗੇ ਕਿ ਜਿਸ ਗਾਇਤਰੀ ਮੰਤਰ ਦੇ ਤੁਸੀਂ ਗੱਲ ਕਰਦੇ ਹੋ ਉਹ ਵੇਦਾਂ ਦੇ ਅਨੁਸਾਰ ਮਲੇਸ਼ਾਂ ਦੇ ਸਾਹਮਣੇ ਪੜ੍ਹਿਆ ਨਹੀਂ ਜਾ ਸਕਦਾ। ਤੇ ਧੰਨ ਗੁਰੂ ਨਾਨਕ ਦੀ ਬਾਣੀ ਜੋ ਸਭ ਦੇ ਸਾਹਮਣੇ ਪੜ੍ਹੀ ਜਾ ਸਕਦੀ ਹੈ, ਜੋ ਸਭ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਜੋ ਧੰਨ ਗੁਰੂ ਨਾਨਕ ਦੀ ਬਾਣੀ ਹੈ ਉਹ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੀ ਹੈ। ਤੁਹਾਡੇ ਵੇਦਾਂ ਦੇ ਵਿੱਚ ਲਿਖਿਆ ਕਿ ਵੇਦਾਂ ਦੇ ਜਿਹੜੇ ਗਾਇਤਰੀ ਮੰਤਰ ਨੇ ਉਹ ਮਲੇਸ਼ਾਂ ਦੇ ਸਾਹਮਣੇ ਕਦੇ ਵੀ ਪੜ੍ਹੇ ਨਹੀਂ ਜਾ ਸਕਦੇ, ਪਰ ਇੱਕ ਗੁਰਬਾਣੀ ਹੈ ਜਿਸ ਨੂੰ ਕੋਈ ਵੀ ਮਨੁੱਖ ਪੜ੍ਹ ਸਕਦਾ ਹੈ, ਕੋਈ ਵੀ ਸੁਣ ਸਕਦਾ ਹੈ। ਦੂਸਰਾ ਤੁਸੀਂ ਕਿਹਾ ਕਿ ਗਾਇਤਰੀ ਮੰਤਰ ਇਹਨਾਂ ਸੰਸਕ੍ਰਿਤ ਇਸ ਭਾਸ਼ਾ ਦਾ ਤਿਆਗ ਕਰ ਦਿੱਤਾ। ਤੇ ਬਾਬਾ ਜੇਠਾ ਜੀ ਕਹਿਣ ਲੱਗੇ ਗਾਇਤਰੀ ਮੰਤਰ ਜਿਹੜੇ ਸੂਰਜ ਦੀ ਪੂਜਾ ਕਰਨ ਲਈ ਪ੍ਰੇਰਣਾ ਕਰਦੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰਦਰਮਾ ਜਿਹੜੇ ਆਪਣਾ ਸਿਰ ਨਵਾਉਂਦੇ ਨੇ, ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰਦਰਮਾ ਨਮਸਕਾਰਾਂ ਕਰਦੇ ਨੇ। ਗੱਲ ਰਹੀ ਸੰਸਕ੍ਰਿਤ ਭਾਸ਼ਾ ਦੀ, ਸੰਸਕ੍ਰਿਤ ਭਾਸ਼ਾ ਹਰ ਮਨੁੱਖ ਦੀ ਸਮਝ ਪੈ ਨਹੀਂ ਸਕਦੀ, ਹਰ ਮਨੁੱਖ ਪੜ੍ਹ ਨਹੀਂ ਸਕਦਾ, ਪਰ ਗੁਰਮੁਖੀ ਹਰ ਮਨੁੱਖ ਸਮਝ ਸਕਦਾ ਹੈ, ਹਰ ਮਨੁੱਖ ਪੜ੍ਹ ਸਕਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਜਿਸ ਰਾਮ ਰਾਮ ਦਾ ਨਾਂ ਲੈ ਕੇ ਜਾਂ ਜਾਤਾਂ ਪਾਤਾਂ ਦਾ ਜੋੜਾ, ਇਹ ਜਾਤਾਂ ਪਾਤਾਂ ਨੂੰ ਆਧਾਰ ਬਣਾ ਕੇ ਜਾਤਾਂ ਪਾਤਾਂ ਦੇ ਵਿੱਚ ਵੰਡ ਕਰਕੇ ਇੱਕ ਜੋ ਦੂਸਰੇ ਦੇ ਮੋਢੇ ਤੇ ਜਿਹੜਾ ਇਹ ਜੂਲਾ ਤੁਸੀਂ ਰੱਖਣਾ ਚਾਹੁੰਦੇ ਹੋ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਾਤ ਪਾਤ ਨੂੰ ਮੰਨਿਆ ਨਹੀਂ ਗਿਆ, ਪ੍ਰਵਾਨ ਨਹੀਂ ਕੀਤਾ ਗਿਆ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਾ ਜਾਤ ਸਾ ਪਤ ਹੈ, ਜੇ ਇਹ ਕਰਮ ਕਮਾਏ। ਮਨੁੱਖ ਦੇ ਕਰਮ ਕੈਸੇ ਨੇ, ਉਹਨੂੰ ਜਾਤ ਤੇ ਉਹਨੂੰ ਪਾਤ ਮੰਨਿਆ ਗਿਆ ਹੈ। ਮਨੁੱਖ ਨੂੰ ਪੈਦਾ ਕੀਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਸੋ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਗੱਲ ਪ੍ਰਵਾਨ ਨਹੀਂ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਤਿਰਸਕਾਰਦੇ ਹੋ, ਨੀਚਾ ਅੰਦਰ ਨੀਚ ਜਾਤ, ਨੀਚੀ ਹੂਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆ, ਸੋ ਕਿਆ ਰੀਸ ਜਿੱਥਾ ਨੀਚ ਸਮਾਲੀਅਨ ਤਿੱਥਾ ਨਦਰ ਤੇਰੀ ਬਖਸ਼ੀਸ਼। ਉੱਥੇ ਗੁਰੂ ਨਾਨਕ ਦੀ ਮਿਹਰਮਤ ਵਰਤਦੀ ਹੈ। ਇਹ ਕਿਹਾ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੀ ਮਲਕ ਭਾਗੋ ਵਰਗਿਆਂ ਨੂੰ ਤਿਆਗ ਕੇ ਭਾਈ ਲਾਲੋ ਦੀ ਕਿਰਤ ਨੂੰ ਚੁਣਿਆ, ਉਹਦੇ ਘਰ ਵਿੱਚ ਰਹੇ। ਉੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਤੇ ਇੱਥੇ ਵੀ 52 ਤਰ੍ਹਾਂ ਦੇ ਕਿੱਤਿਆਂ ਵਾਲੇ ਲੋਕ ਲਿਆ ਕੇ ਵਸਾਏ, ਤੇ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸਨ ਉਹਨਾਂ ਨੂੰ ਚੜ੍ਹਦੇ ਵਾਲੇ ਪਾਸੇ ਤੋਂ ਉੱਚੇ ਵਾਲੇ ਪਾਸੇ ਜਿਹੜਾ ਵਸਾਇਆ ਗਿਆ, ਇਹਨਾਂ ਦਾ ਹੰਕਾਰ ਤੋੜਿਆ। ਸੋ ਇਸ ਤਰ੍ਹਾਂ ਦੇ ਨਾਲ ਨਿਰਉੱਤਰ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਗੁਰੂ ਕਾ ਚੱਕ ਨਗਰ ਵਸਾਇਆ, ਮੋੜੀ ਗੱਡੀ ਸਰੋਵਰ ਦੀ ਖੁਦਾਈ ਦਾ ਆਰੰਭ ਕੀਤਾ, ਜਿਸ ਦਾ ਨਾਮ ਸੰਤੋਖਸਰ ਕਰਕੇ ਪ੍ਰਸਿੱਧ ਹੋਇਆ। ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕਾਰਜ ਆਰੰਭਿਆ, ਜਿਸ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਪੂਰਨ ਕੀਤਾ। ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਘਰ ਦੇ ਵਿੱਚ ਇਹ ਸੇਵਾਵਾਂ ਪ੍ਰਾਰੰਭ ਕੀਤੀਆਂ, ਤੇ ਮਾਇਆ ਦਾ ਪੱਖ ਕਮਜ਼ੋਰ ਨਾ ਰਹੇ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਸੰਦ ਪ੍ਰਥਾ ਕਾਇਮ ਕੀਤੀ। ਮਸੰਦਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਵਿਚਰ ਕਰਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ। ਜੋ ਮਾਇਆ ਭੇਟਾ ਇਕੱਤਰ ਹੋਣੀ ਉਹ ਗੁਰੂ ਚਰਨਾਂ ਵਿੱਚ ਲਿਆ ਕੇ ਅਰਪਣ ਕਰਨੀ, ਜਿਸ ਦੇ ਨਾਲ ਗੁਰੂ ਘਰ ਦੇ ਸਾਰੇ ਕਾਰਜ ਚੱਲਦੇ। ਸੋ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਲੋਕ ਪੈਸੇ ਵਾਲੇ ਪੱਖ ਤੋਂ ਲੋਕਾਂ ਦਾ ਜਿਹੜਾ ਆਰਥਿਕ ਪੱਖ ਕਮਜ਼ੋਰ ਨਾ ਰਹੇ, ਤਾਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ 52 ਵੱਖ-ਵੱਖ ਕਿੱਤਿਆਂ ਦੇ ਲੋਕਾਂ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਸਾਉਣਾ ਕੀਤਾ ਸੀ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਨਿਰਮਾਣਤਾ ਕਰਵਾਈ। ਇਹ ਕਾਰਜ ਪ੍ਰਾਰੰਭੇ 30 ਰਾਗਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਰਚੀ, ਔਰ ਆਪਣੀ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਔਰ
ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਰਮ ਕਾਂਡਾ ਚਿੰਨਾ ਸਰੀਰਾਂ ਦੀ ਪੂਜਾ ਛੱਡ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਜੋ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕਾ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਐਸੇ ਉਸਾਰੀ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਨਾ ਕਰ। ਹੋਰ ਸਭ ਤਰ੍ਹਾਂ ਦੇ ਕਰਮਾਂ ਵਿੱਚੋਂ ਕੱਢ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਿੱਖ ਦੇ ਆਨੰਦ ਕਾਰਜ ਦੀ ਮਰਿਆਦਾ ਕਾਇਮ ਕੀਤੀ। ਸੂਹੀ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 4 ਲਾਵਾਂ ਉਚਾਰਨ ਕੀਤੀਆਂ ਆਪਣੀ ਪਾਵਨ ਰਸਨਾ ਤੋਂ। ਸਨਾਤਨ ਮਤ ਨੇ ਮਨੁੱਖੀ ਜੀਵਨ ਨੂੰ 4 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਜ਼ਿੰਦਗੀ ਦੇ 4 ਪੜਾਅ ਬਣਾਏ ਹੋਏ ਸਨ। 100 ਸਾਲ ਉਮਰ ਮੰਨ ਕੇ 100 ਸਾਲ ਦੀ ਉਮਰ ਦੇ ਵਿੱਚੋਂ 25-25 ਸਾਲ ਦੀ ਉਮਰ ਦੇ 4 ਹਿੱਸੇ ਕੀਤੇ ਗਏ। ਬ੍ਰਹਮਚਾਰੀ, ਗ੍ਰਸਤੀ, ਵਾਨਪ੍ਰਸਥ, ਬ੍ਰਹਸਪਤ, ਇਸ ਤਰ੍ਹਾਂ ਦੇ ਨਾਲ 4 ਤਰ੍ਹਾਂ ਦੇ ਨਾਲ ਜ਼ਿੰਦਗੀ ਨੂੰ ਵੰਡਿਆ ਗਿਆ ਕਿ 25 ਸਾਲ ਪਹਿਲੇ ਤੂੰ ਬ੍ਰਹਮਚਾਰੀ ਰਹਿਣਾ ਹੈ, ਫਿਰ 25 ਤੋਂ 50 ਗ੍ਰਸਤ ਧਾਰਨ ਕਰਨਾ ਹੈ, 50 ਤੋਂ 75 ਵਾਨਪ੍ਰਸਥ ਹੋਣਾ। ਇਸ ਤਰ੍ਹਾਂ ਦੇ ਨਾਲ ਜ਼ਿੰਦਗੀ ਨੂੰ ਵੰਡਿਆ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 4 ਲਾਵਾਂ ਉਚਾਰਨ ਕਰਕੇ ਕਿਹਾ ਕਿ ਆ ਸਿੱਖਾ ਤੂੰ ਆਪਣੇ ਸੰਸਾਰ ਦੇ ਵਿੱਚ ਰਹਿੰਦਿਆਂ, ਗ੍ਰਸਤ ਵਿੱਚ ਰਹਿੰਦਿਆਂ ਹੋਏ ਇਹ ਜੋ 4 ਹਿੱਸਿਆਂ ਵਿੱਚ ਜ਼ਿੰਦਗੀ ਨੂੰ ਵੰਡ ਕਰਕੇ ਪ੍ਰਭੂ ਨੂੰ ਪਾਉਣ ਦੀ ਗੱਲ ਕਹੀ ਹੈ, ਜੇ ਤੂੰ ਇਹ 4 ਲਾਵਾਂ ਦਾ ਉਪਦੇਸ਼ ਆਪਣੇ ਜੀਵਨ ਅੰਦਰ ਧਾਰਨ ਕਰ ਲਵੇਂ ਇਹਨਾਂ 4 ਪੜਾਵਾਂ ਦੇ ਵਿੱਚੋਂ, ਕਿਉਂਕਿ ਸਾਡੀ ਜ਼ਿੰਦਗੀ ਦੇ 4 ਪੜਾਅ ਨੇ, 5ਵਾਂ ਸੱਚਖੰਡ ਹੈ, ਇਹਨਾਂ 4 ਪੜਾਵਾਂ ਵਿੱਚੋਂ ਸੌਖਿਆਂ ਗੁਜ਼ਰ ਸਕਦਾ ਹੈ, ਇਹਨਾਂ 4 ਪੜਾਵਾਂ ਨੂੰ ਸਹੇਲਿਆ ਕਰ ਸਕਦਾ ਹੈ। ਜੋ ਗੁਰੂ ਦੀ ਸਿੱਖਿਆ ਨੂੰ ਮੰਨ ਲਵੇ ਤੂੰ ਸੱਚਖੰਡ ਦਾ ਵਾਸੀ ਬਣ ਸਕਦਾ ਹੈ, ਉਹ ਪ੍ਰਭੂ ਨੂੰ ਪਾ ਸਕਦਾ ਹੈ। ਇਹਨਾਂ 4 ਲਾਵਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਉਹ ਕਹਿੰਦੇ ਸਨ ਸੰਸਾਰ ਨੂੰ ਛੱਡ ਕਰਕੇ, ਗ੍ਰਸਤ ਨੂੰ ਤਿਆਗ ਕਰਕੇ ਨਿਰਵਿਰਤ ਹੋ ਜਾਣਾ, ਜੰਗਲਾਂ ਵਿੱਚ ਚਲੇ ਜਾਣਾ ਹੈ, ਵਾਨਪ੍ਰਸਥ ਹੋ ਜਾਣਾ ਹੈ। ਪਰ ਪਾਤਸ਼ਾਹ ਕਹਿਣ ਲੱਗੇ ਨਿਰਵਿਰਤ ਨਹੀਂ ਹੋਣਾ, ਪ੍ਰਵਿਰਤ ਹੋਣਾ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ। ਬਲਰਾਮ ਜੀਓ ਗੁਰੂ ਸਾਹਿਬ ਜੀ ਨੇ ਪ੍ਰਵਿਰਤ ਹੋਣ ਦੀ ਗੱਲ ਕਹੀ। ਤੂੰ ਸੰਸਾਰ ਵਿੱਚ ਗ੍ਰਸਤ ਵਿੱਚ ਰਹਿ ਕੇ ਜੋ ਕਮਲ ਰਹੇ ਵਿੱਚ ਪਾਣੀਆਂ ਵਾਲਾ ਜੀਵਨ ਬਤੀਤ ਕਰਨਾ ਹੈ। ਐਸੀ ਸਿੱਖਿਆ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ। ਐਸੇ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਬਤ ਭੱਟ ਸਾਹਿਬਾਨ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਉਪਮਾ ਆਪਣੇ ਸਵਈਆ ਵਿੱਚ ਕਰਦੇ ਨੇ। ਹਰ ਗੁਰੂ ਕਾ ਸਿੱਖ ਹਰ ਰੋਜ਼ ਪੜਦਾ, ਹਮ ਆਵ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੇ, ਗੁਰ ਰਾਮਦਾਸ ਰੱਖ ਹੋ ਸ਼ਰਨਾਈ। ਅੱਜ ਹਰ ਪ੍ਰਾਣੀ ਹਰ ਸਿੱਖ ਅਰਦਾਸ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਘਰ ਦੇ ਨਾਲ ਮੇਰੀ ਬਣ ਆਵੇ। ਹਰ ਪ੍ਰਾਣੀ ਇਹ ਅਰਦਾਸ ਕਰਦਾ, ਹਰ ਰੋਜ਼ ਇਹ ਅਰਦਾਸ ਕੀਤੀ ਜਾਂਦੀ ਹੈ। ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਮਹਾਨ ਪਵਿੱਤਰ ਉਹ ਅਸਥਾਨ ਵਸਾਇਆ ਜਿਹੜਾ ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ, ਜੋ ਸਰਬ ਸਾਂਝੀ ਵਾਲਤਾ ਦਾ ਸਥਾਨ ਹੈ। ਡਿਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾ ਤੂੰ ਸੋਹਿਆ। ਵਸਦੇ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿ ਨਾਨਕ ਕਸਮ ਲਜਾਹੇ, ਨਾਇ ਰਾਮਦਾਸ ਸਰ। ਉਸ ਪਾਵਨ ਅਸਥਾਨ ਲਈ ਗੁਰੂ ਕਾ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ। ਐਸੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਸਮੁੱਚੀਆਂ ਸਿੱਖ ਸੰਗਤਾਂ ਬੜੇ ਸ਼ਰਧਾ, ਬੜੇ ਭਾਵਨਾ, ਬੜੇ ਪ੍ਰੇਮ ਨਾਲ ਗੁਰਚਰਨਾਂ ਵਿੱਚ ਜੁੜ ਕਰਕੇ ਮਨਾ ਰਹੇ ਹੋ। ਸਾਰੇ ਵੱਖ-ਵੱਖ ਸਥਾਨਾਂ ਤੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦੇ ਨੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੇ ਵਸਦੇ ਨੇ, ਉਹ ਸਾਰੇ ਰਲ ਮਿਲ ਕੇ ਬੜੇ ਪ੍ਰੇਮ ਭਾਵਨਾ ਨਾਲ ਅਜੇ ਦਿਹਾੜਾ ਮਨਾ ਰਹੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਰਸਾਈ ਹੋਏ ਨਗਰੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਰੌਣਕਾਂ ਲੱਗੀਆਂ। ਜਲਾਓ ਸਜੇ ਨਗਰ ਕੀਰਤਨ ਸਜਾਏ ਗਏ। ਬਹੁਤ ਵੱਡੀ ਤਾਦਾਦ ਦੇ ਵਿੱਚ ਗਿਣਤੀ ਵਿੱਚ ਸੰਗਤਾਂ ਪਹੁੰਚ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਨਤਮਸਤਕ ਹੋ ਰਹੀਆਂ ਨੇ। ਆਹ ਸੰਗਤਾਂ ਸਤਿਗੁਰਾਂ ਜੀ ਦੇ ਇਸ ਪਾਵਨ ਅਸਥਾਨ ਵਿਖੇ ਜੁੜ ਕਰਕੇ ਸਤਿਗੁਰਾਂ ਜੀ ਦਾ ਮਹਾਨ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਉੱਥੇ ਅੱਜ ਉਹ ਸ਼ਹੀਦਾਂ ਦਾ ਵੀ ਦਿਹਾੜਾ, ਸਾਕਾ ਪੰਜਾ ਸਾਹਿਬ ਦੇ ਸ਼ਹੀਦ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ 100 ਦੇ ਜਥੇ ਬਣਾ ਕੇ ਇਸ ਮੋਰਚੇ ਦੇ ਵਿੱਚ ਜਾਣਾ,
ਤੇ 100 ਡਾਂਗਾ ਜਿਹੜੀਆਂ ਅੰਗਰੇਜ਼ ਹਕੂਮਤ ਵੱਲੋਂ ਭਰਾਈਆਂ ਜਾਣੀਆਂ ਤੇ ਬੜੇ ਸਹਿਣਸ਼ੀਲਤਾ ਰੱਖਦਿਆਂ ਹੋਇਆਂ ਉਹ ਡਾਂਗਾਂ ਦੀ ਮਾਰ ਆਪਣੇ ਸਰੀਰ ਤੇ ਸਹਿੰਦੇ। ਇਸੇ ਤਰ੍ਹਾਂ ਚੱਲਦਿਆਂ ਇੱਕ ਦਿਨ ਸਰਦਾਰ ਅਮਰ ਸਿੰਘ ਜੀ ਧਾਲੀਵਾਲ ਫੌਜੀ ਰਿਟਾਇਰਡ ਸਨ, ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਜਥਾ ਗ੍ਰਿਫਤਾਰ ਹੋਇਆ, ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਟਕ ਲਿਜਾਇਆ ਜਾਣਾ ਸੀ। ਕਿਉਂਕਿ ਜਦੋਂ ਵੀ ਇਹ ਜਥੇ ਗ੍ਰਿਫਤਾਰ ਕਰਕੇ ਲਿਜਾਏ ਜਾਂਦੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੇ ਲਈ, ਜਿਸ ਰਸਤੇ ਵੀ ਲਿਜਾਏ ਜਾਂਦੇ ਉਸੇ ਰਸਤੇ ਤੇ ਸਿੱਖ ਸੰਗਤਾਂ ਪਹੁੰਚਦੀਆਂ, ਇਹਨਾਂ ਦੀ ਸੇਵਾ ਕਰਦੀਆਂ। ਕਈ ਜਿਹੜੇ ਰੇਲਵੇ ਦੇ ਅਧਿਕਾਰੀ ਸਨ, ਕਈ ਚੰਗੇ ਹੋਣ ਕਰਕੇ ਰੇਲ ਰੋਕ ਦਿੰਦੇ, ਕਈ ਉਹ ਵੀ ਸਨ ਜਿਹੜੇ ਪੱਥਰ ਦੇ ਲੋਕ ਸਨ, ਉਹ ਇਹਨਾਂ ਦੀ ਬੇਨਤੀ ਨੂੰ ਨਾ ਪ੍ਰਵਾਨ ਕਰਦੇ। ਤੇ ਜਦੋਂ ਹੁਣ ਪੰਜਾ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਅਟਕ ਲਿਜਾਇਆ ਜਾ ਰਿਹਾ ਗੁਰੂ ਕੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ, ਤਾਂ ਪੰਜਾ ਸਾਹਿਬ ਦੇ ਵਿੱਚ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਕਰਮ ਸਿੰਘ ਜੀ ਗੁਰੂ ਕੇ ਕੀਰਤਨੀਏ ਸਨ, ਭਾਈ ਪ੍ਰਤਾਪ ਸਿੰਘ ਜੀ ਗੁਰੂ ਘਰ ਦੇ ਵਿੱਚ ਖਜ਼ਾਨਚੀ ਦੀ ਸੇਵਾ ਨਿਭਾਉਂਦੇ ਸਨ। ਇਹਨਾਂ ਨੇ ਰਲ ਮਿਲ ਕੇ ਸੰਗਤਾਂ ਦੇ ਨਾਲ ਗੁਰਮਤਾ ਕੀਤਾ ਕਿ ਅੱਜ ਇਹ ਟ੍ਰੇਨ ਜਿਹੜੇ 29 ਤਰੀਕ ਨੂੰ 29 ਅਕਤੂਬਰ ਨੂੰ ਰਾਤ ਗ੍ਰਿਫਤਾਰ ਕਰਕੇ ਇਹਨਾਂ ਨੂੰ ਰੇਲ ਦੇ ਵਿੱਚ ਜਿਹੜਾ ਸੀ ਉਠਾਇਆ ਗਿਆ। 30 ਤਰੀਕ ਨੂੰ ਅੱਜ ਦੇ ਦਿਨ ਇਹ ਰੇਲ ਜਿਹੜੀ ਸੀ ਪੰਜਾ ਸਾਹਿਬ ਦੇ ਸਟੇਸ਼ਨ ਤੋਂ ਨਿਕਲਣੀ ਸੀ। ਸੰਗਤਾਂ ਨਾਲ ਗੁਰਮਤਾ ਕਰਕੇ ਸਵੇਰੇ ਭਾਈ ਕਰਮ ਸਿੰਘ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ, ਭੋਗ ਪਾਇਆ ਗਿਆ। ਬੜੀ ਛੇਤੀ ਨਾਲ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਕਿਤੇ ਟ੍ਰੇਨ ਨਿਕਲ ਨਾ ਜਾਵੇ। ਜਿਹੜਾ ਉਸ ਵਕਤ ਦਾ ਸਟੇਸ਼ਨ ਮਾਸਟਰ ਸੀ ਉਹਨੂੰ ਬੜੀ ਬੇਨਤੀ ਕੀਤੀ ਕਿ ਟ੍ਰੇਨ ਰੋਕ ਦਿੱਤੀ ਜਾਵੇ, ਅਸੀਂ ਭੁੱਖੇ ਸਿੰਘਾਂ ਨੂੰ ਭੋਜਨ ਛਕਾਉਣਾ ਹੈ, ਪਰ ਉਹਨੇ ਇਹਨਾਂ ਦੀ ਬੇਨਤੀ ਪ੍ਰਵਾਨ ਨਹੀਂ ਕੀਤੀ। ਕਹਿਣ ਲੱਗਾ ਟ੍ਰੇਨ ਇੱਥੇ ਰੁਕੇਗੀ ਨਹੀਂ, ਸਿੱਧੀ ਅਟਕ ਜਾ ਕੇ ਰੁਕੇਗੀ। ਤਾਂ ਹੁਣ ਇਹਨਾਂ ਨੇ ਭਾਈ ਕਰਮ ਸਿੰਘ ਜੀ ਭਾਈ ਪ੍ਰਤਾਪ ਸਿੰਘ ਜੀ ਨੇ ਗੁਰਮਤਾ ਕਰਕੇ 50 ਸਿੰਘ ਰੇਲ ਦੀ ਪਟੜੀ ਤੇ ਬੈਠ ਗਏ। ਉਧਰੋਂ ਰੇਲ ਬੜੀ ਤੇਜ਼ ਆਈ, ਜਿਹਦੇ ਪਹੀਆਂ ਦੇ ਨੀਚੇ ਭਾਈ ਕਰਮ ਸਿੰਘ ਜੀ ਦਰੜੇ ਗਏ। ਭਾਈ ਪ੍ਰਤਾਪ ਸਿੰਘ ਜੀ ਬਹੁਤ ਜ਼ਖਮੀ ਹੋਏ, ਭਾਈ ਕਰਮ ਸਿੰਘ ਜੀ ਮੌਕੇ ਤੇ ਸ਼ਹੀਦ ਹੋ ਗਏ। ਕਈਆਂ ਨੂੰ ਦੂਰ ਦੂਰ ਤੱਕ ਸੁੱਟਿਆ ਰੇਲ ਨੇ, ਕਈ ਇਸ ਤਰ੍ਹਾਂ ਦੇ ਨਾਲ ਵੱਡੇ ਵੱਡੇ ਜ਼ਖਮ ਜਿਹੜੇ ਉਹਨਾਂ ਦੇ ਸਰੀਰ ਤੇ ਆਏ। ਆਖਰ ਨੂੰ ਜਿਹੜੀ ਟ੍ਰੇਨ ਸੀ ਉਹ ਰੋਕਣੀ ਪਈ। ਗੁਰੂ ਕੇ ਸਿੰਘਾਂ ਨੂੰ ਭੋਜਨ ਛਕਾਇਆ ਗਿਆ। ਅੱਜ ਦਾ ਉਹ ਪਾਵਨ ਸ਼ਹੀਦੀ ਦਿਹਾੜਾ ਵੀ ਹੈ। ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਸੋਨਾ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ। ਸੋ ਆਓ ਆਪ ਜੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਕੱਲ ਦੇ ਪ੍ਰਕਰਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਭਾਈ ਤਾਰਾ ਚੰਦ ਦੇ ਭਾਈ ਤਖਤ ਮੱਲ ਜੀ ਜੋ ਗੁਰੂ ਘਰ ਦੇ ਮਸੰਦ ਸਨ, ਇਹ ਕਾਬਲ ਦੇ ਇਲਾਕੇ ਦੇ ਵਿੱਚੋਂ ਭੇਟਾਵਾਂ ਜਿਹੜੀਆਂ ਸਨੋਗਰਾ ਕਰਕੇ ਲਿਆਉਂਦੇ, ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ। ਜਦੋਂ ਸੁਣਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਸੁਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਦੇ ਬਾਬਤ ਸੁਣਿਆ, ਤਾਂ ਵਿਆਹ ਦੇ ਬਾਬਤ ਸੁਣ ਕੇ ਇਹ ਦੋਵੇਂ ਭਾਈ ਤਾਰਾ ਚੰਦ ਭਾਈ ਤਖਤ ਮੱਲ ਜੀ ਕਾਬਲ ਦੇ ਇਲਾਕੇ ਵਿੱਚੋਂ ਜਿਹੜੇ ਭੇਟਾਵਾਂ ਇਹਨਾਂ ਨੇ ਜੋ ਮਾਇਆ ਇਕੱਤਰ ਕੀਤੀ ਸੀ ਉਹ ਲੈ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ। ਉਹ ਸਾਰੀਆਂ ਭੇਟਾਵਾਂ ਗੁਰਚਰਨਾਂ ਵਿੱਚ ਭੇਟ ਕੀਤੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਬੜਾ ਮਾਣ ਸਤਿਕਾਰ ਦਿੱਤਾ ਔਰ ਵੇਖਿਆ ਕਿ ਇਹ ਦੋਵੇਂ ਜਣੇ ਬੜੀ ਮਿਹਨਤ ਕਰਕੇ ਬੜੀ ਦੂਰੋਂ ਚੱਲ ਕੇ ਆਏ, ਥੱਕੇ ਹੋਏ ਨੇ। ਭੋਜਨ ਛਕਾਉਣਾ ਵੀ ਇਹਨਾਂ ਨੂੰ ਬਹੁਤ ਜ਼ਰੂਰੀ ਹੈ, ਭਾਵੇਂ ਕਿ ਦੁਪਹਿਰ ਦਾ ਸਮਾਂ ਲੰਘ ਚੁੱਕਾ ਹੈ, ਸ਼ਾਮ ਦੇ ਸਮੇਂ ਦੇ ਵਿੱਚ ਦੇਰੀ ਹੈ ਭੋਜਨ ਤਿਆਰ ਹੋਣ ਵਿੱਚ। ਇਸ ਕਰਕੇ ਸਿੱਖ ਨੂੰ ਹੁਕਮ ਕੀਤਾ ਕਿ ਜੋ ਘਰ ਦੇ ਵਿੱਚ ਮਠਿਆਈਆਂ ਤਿਆਰ ਕੀਤੀਆਂ ਗਈਆਂ ਹਨ ਉਹ ਮਠਿਆਈ ਲਿਆ ਕੇ ਇਹਨਾਂ ਸਿੰਘਾਂ ਨੂੰ ਛਕਾਈ ਜਾਵੇ। ਤੇ ਜਦੋਂ ਸਿੱਖ ਗੁਰੂ ਸਾਹਿਬ ਦਾ ਹੁਕਮ ਪਾ ਕੇ ਮਾਤਾ ਦਮੋਦਰੀ ਜੀ ਦੇ ਕੋਲ ਗਏ ਤੇ ਮਠਿਆਈ ਲਿਜਾਣ ਵਾਸਤੇ ਕਿਹਾ, ਤਾਂ ਮਾਤਾ ਦਮੋਦਰੀ ਜੀ ਕਹਿਣ ਲੱਗੇ ਕਿ ਮਠਿਆਈ ਪਹਿਲਾਂ ਬਰਾਤ ਨੂੰ ਛਕਾਈ ਜਾਵੇਗੀ, ਬਾਅਦ ਵਿੱਚ ਕਿਸੇ ਨੂੰ ਦਿੱਤੀ ਜਾਵੇਗੀ, ਇਸ ਤਰ੍ਹਾਂ ਨਹੀਂ ਹੋ ਸਕਦਾ। ਤੇ ਜਦੋਂ ਵਾਪਸ ਆ ਕੇ ਸਿੱਖਾਂ ਨੇ ਦੱਸਿਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਸਿੱਖ ਪਹਿਲਾਂ ਬਾਕੀ ਬਾਅਦ ਵਿੱਚ। ਜੇ ਮਠਿਆਈ ਸਿੱਖਾਂ ਨੇ ਨਹੀਂ ਖਾਣੀ ਫਿਰ ਮਲੇਸ਼ਾ ਨੇ ਖਾਣੀ ਹੈ। ਇਹ ਬਚਨ ਮੁਖ ਤੋਂ ਨਿਕਲਿਆ। ਸੁਣ ਕਰਕੇ ਜਿਹੜਾ ਮਾਤ ਦਮੋਦਰੀ ਜੀ ਵੀ ਮਨ ਦੇ ਅੰਦਰ ਝੂਰਦੇ ਨੇ, ਸੁਣ ਕੇ ਬੜੇ ਹੈਰਾਨ ਹੋਏ ਸਾਰੇ। ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
दोहराम सुन सतगुर के श्राप को सगल रहे बिसमाए। ਜਦੋਂ ਗੁਰੂ ਪਾਤਸ਼ਾਹ ਜੀ ਨੇ ਇਹ ਸੁਣਿਆ ਕਿ ਗੁਰਸਿੱਖਾਂ ਨੂੰ ਮਠਿਆਈ ਛਕਾਉਣ ਤੋਂ ਇਨਕਾਰ ਹੋਇਆ ਕਿ ਪਹਿਲਾਂ ਬਰਾਤ ਨੂੰ ਛਕਾਈ ਜਾਣੀ ਹੈ, ਤੇ ਪਾਤਸ਼ਾਹ ਜੀ ਦੇ ਮੁਖ ਤੋਂ ਇਹ ਬਚਨ ਜਦੋਂ ਨਿਕਲੇ ਕਿ ਜੇ ਸਿੱਖਾਂ ਨੇ ਮਠਿਆਈ ਨਹੀਂ ਖਾਣੀ ਫਿਰ ਮਲੇਸ਼ਾ ਨੇ ਖਾਣੀ ਹੈ, ਇਹ ਬਚਨ ਸੁਣ ਕਰਕੇ ਸਾਰੇ ਬਹੁਤ ਹੈਰਾਨ ਹੋਏ। ਸੁਧ ਦਮੋਦਰੇ ਟਿਗ ਗਈ ਬਹੁਤ ਬੈਠ ਪਛਤਾਈ। ਮਾਤਾ ਦਮੋਦਰੇ ਜੀ ਉਹਨਾਂ ਦੀ ਸੁੱਧ ਬੁੱਧ ਚਲੀ ਗਈ। ਇਹ ਸੁਣ ਕਰਕੇ ਹੁਣ ਮਨ ਦੇ ਵਿੱਚ ਬੈਠੇ ਝੂਰਦੇ ਬਹੁਤ ਪਛਤਾਉਂਦੇ ਹਨ। ਚੌਪਾਈ ਸੰਕਟ ਪਾਏ ਬਸੂਰਤ ਭਾਰੀ। ਹੁਣ ਭਾਰੀ ਦੁੱਖ ਮਹਿਸੂਸ ਕਰ ਰਹੇ ਨੇ, ਵੱਡਾ ਸੰਕਟ ਪੈਦਾ ਹੋ ਗਿਆ। ਇਹ ਬਚਨ ਸੁਣ ਕਰਕੇ ਹੁਣ ਭਾਰੀ ਜਿਹੜਾ ਦੁੱਖ ਹੈ ਉਹ ਹਿਰਦੇ ਵਿੱਚ ਧਾਰਨ ਕੀਤਾ ਹੈ। ਕੀਨ ਕਹਾ ਮੈਂ ਨਹੀਂ ਵਿਚਾਰੀ। ਹੁਣ ਝੂਰਦੇ ਨੇ ਕਿ ਇਹ ਮੈਂ ਕੀ ਕੀਤਾ। ਉਸ ਵੇਲੇ ਕਹਿਣ ਸਮੇਂ ਮੈਂ ਇਹ ਗੱਲ ਵਿਚਾਰੀ ਨਹੀਂ। ਜੋ ਗੱਲ ਉਸ ਵਕਤ ਬਚਨ ਮੈਂ ਕਹੇ ਉਹਨਾਂ ਦੇ ਬਾਬਤ ਕਹਿਣ ਤੋਂ ਪਹਿਲਾਂ ਵਿਚਾਰ ਨਹੀਂ ਕੀਤੀ। ਇਹ ਮੈਂ ਕੀ ਕਹਿ ਦਿੱਤਾ, ਇਸ ਗੱਲ ਨੂੰ ਲੈ ਕਰਕੇ ਝੂਰਦੇ ਹਨ। ਪਤ ਕੇ ਆਏ ਸਮੋਰ ਮਿਟਾਈ। ਗੁਰੂ ਪਤੀ ਦੀ ਆਗਿਆ ਸੀ ਕਿ ਉਹ ਮਠਿਆਈ ਲੈ ਕੇ ਗੁਰੂ ਕੇ ਸਿੱਖਾਂ ਨੂੰ ਛਕਾਈ ਜਾਵੇ। ਗੁਰੂ ਸਾਹਿਬ ਜੀ ਦੀ ਆਗਿਆ ਜਿਹੜੀ ਉਹ ਮੈਂ ਮੰਨੀ ਨਹੀਂ ਹੈ। ਨਹੀਂ ਆਛੇ ਇਸ ਕਿਸ ਕੇ ਮਨ ਭਾਈ। ਇਹ ਗੱਲ ਕਿਸੇ ਦੇ ਵੀ ਮਨ ਨੂੰ ਚੰਗੀ ਨਹੀਂ ਲੱਗੀ। ਜੋ ਇਸ ਤਰ੍ਹਾਂ ਦੇ ਨਾਲ ਹੋਇਆ, ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਿਆ ਗਿਆ, ਗੁਰੂ ਸਾਹਿਬ ਜੀ ਦੇ ਕੋਲੋਂ ਐਸੇ ਬਚਨ ਹੋਏ, ਇਹ ਗੱਲ ਕਿਸੇ ਦੇ ਵੀ ਮਨ ਨੂੰ ਚੰਗੀ ਨਹੀਂ ਲੱਗੀ। ਭਏ ਨਿਸ਼ਾ ਗੁਰ ਮਹਿਲੀ ਗਏ। ਰਾਤ ਦਾ ਸਮਾਂ ਹੋਇਆ, ਜਵਾਨਾਂ ਦੀ ਸਮਾਪਤੀ ਉਪਰੰਤ ਮੇਰੇ ਪੀੜੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਪਣੇ ਮਹਿਲਾਂ ਦੇ ਵਿੱਚ ਚੱਲ ਕਰਕੇ ਗਏ। ਬਰ ਪ੍ਰਿਅੰਕ ਪਰ ਬੈਠਤ ਭਏ। ਸੋਹਣੇ ਸੁੰਦਰ ਪਲੰਗ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਸੁਭਾਏ ਮਨ ਹੋਏ ਹਨ। ਚੱਲ ਦਮੋਦਰ ਤਿਸ ਛਨ ਆਈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਘਰ ਪਹੁੰਚ ਕੇ ਪਲੰਗ ਤੇ ਬੈਠੇ ਤੇ ਮਾਤਾ ਦਮੋਦਰੇ ਜੀ ਚੱਲ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਆਏ। ਗੁਰ ਕੇ ਸ਼ਰਾਪ ਅਦਕ ਡਰ ਪਾਈ। ਗੁਰੂ ਸਾਹਿਬ ਜੀ ਦੇ ਬਚਨਾਂ ਦੇ ਕਹੇ ਅਨੁਸਾਰ ਮਾਤਾ ਦ੍ਰੋਪਦੀ ਜੀ ਬਹੁਤ ਡਰੇ ਹੋਏ ਸਨ। ਮੁਝ ਏਕਲ ਕੇ ਸੁਤਾ ਨ ਕੋਈ। ਕਹਿਣ ਲੱਗੇ, ਹੇ ਗੁਰੂਪਤੀ ਜੀ, ਇਹ ਬੀਬੀ ਵੀਰੋ ਮੇਰੀ ਕੱਲੀ ਦੀ ਸੁਪੁੱਤਰੀ ਨਹੀਂ, ਮੇਰੀ ਕੱਲੀ ਦੀ ਇਹ ਧੀ ਨਹੀਂ ਹੈ। ਰਾਵਰ ਤੇ ਹੀ ਉਤਪਤ ਹੋਈ। ਪਾਤਸ਼ਾਹ ਜੀ ਇਹ ਆਪ ਜੀ ਦੀ ਵੀ ਓਨੀ ਹੀ ਸੁਪੁੱਤਰੀ ਹੈ, ਜਿੰਨੀ ਧੀ ਮੇਰੀ ਹੈ, ਜਿੰਨੀ ਮੇਰੀ ਸੁਪੁੱਤਰੀ ਹੈ, ਓਨੀ ਇਹ ਆਪ ਜੀ ਦੀ ਸੁਪੁੱਤਰੀ ਆਪ ਜੀ ਤੋਂ ਪੈਦਾ ਹੋਈ ਹੈ। ਜਿਸ ਕੇ ਵਿਆਹੇ ਵਿਖੈ ਦੇ ਸ਼ਰਾਪ। ਜਿਹਦੇ ਵਿਆਹ ਦਾ ਕਾਰਜ ਰੱਖਿਆ, ਬੜੀਆਂ ਖੁਸ਼ੀਆਂ ਨਾਲ ਬੜੇ ਚਾਵਾਂ ਨਾਲ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਵਿਆਹ ਦਾ ਦਿਨ ਨੇੜੇ ਹੈ ਤੇ ਆਪ ਜੀ ਨੇ ਆਪਣੇ ਮੁਖ ਦੇ ਵਿੱਚੋਂ ਐਸੇ ਜੋ ਬਚਨ ਕਹੇ ਹਨ। ਚਾਹੇ ਉਹ ਅਮੰਗਲ ਕਰਬੇ ਆਪ। ਪਾਤਸ਼ਾਹ ਜੀ ਇਹ ਤਾਂ ਆਪ ਜੀ ਨੇ ਅਮੰਗਲ ਕਰ ਦਿੱਤਾ। ਕਿੱਥੇ ਤਾਂ ਮੰਗਲ ਸਨ ਖੁਸ਼ੀਆਂ ਦੇ, ਕਿੱਥੇ ਐਸੇ ਬਚਨ ਕਹਿਣ ਦੇ ਨਾਲ ਅਮੰਗਲ ਹੋਇਆ ਹੈ। ਅਪਰ ਸ਼ਕਤ ਕਿਸ ਮਹਿ ਜੋ ਮੂਰੈ। ਤੇ ਸਤਿਗੁਰੂ ਪਾਤਸ਼ਾਹ ਜੀ ਕਿਹਦੇ ਵਿੱਚ ਐਸੀ ਸ਼ਕਤੀ ਹੈ ਜੋ ਤੁਹਾਡੇ ਕਹੇ ਹੋਏ ਬਚਨਾਂ ਨੂੰ ਮੋੜ ਦੇਵੇ, ਤੁਹਾਡੇ ਕੋਈ ਬਚਨਾਂ ਨੂੰ ਉਲਟਾ ਦੇਵੇ? ਐਸੀ ਕਿਸੇ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ। ਜਾਣੇ ਪਰਹੇ ਆਪ ਦਾ ਘੂਰ। ਤੇ ਹੁਣ ਇਹ ਜਿਹੜੀ ਹੈ ਭਾਰੀ ਬਿਪਤਾ ਜਿਹੜੀ ਆਣ ਪਈ ਹੈ, ਕਰੋ ਕਿਰਪਾ ਫੇਰ ਹੋ ਨਿਜ ਬੈਨ। ਤੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ, ਜੋ ਬਚਨ ਤੁਸੀਂ ਮੁਖ ਤੋਂ ਕਹੇ ਨੇ ਉਹ ਬਚਨਾਂ ਨੂੰ ਫੇਰ ਦੇਵੋ, ਉਲਟਾ ਦੇਵੋ, ਵਾਪਸ ਲੈਣਾ ਕਰੋ। ਨਾਹੇ ਤਾਂ ਉਜਰ ਹੋਵੈ ਐਨ। ਨਹੀਂ ਤੇ ਘਰ ਦਾ ਉਜਾੜਾ ਹੋਵੇਗਾ। ਜਿਹੜੇ ਬਚਨ ਆਪ ਜੀ ਦੇ ਮੁਖ ਤੋਂ ਨਿਕਲ ਗਏ ਨੇ ਪਾਤਸ਼ਾਹ ਜੀ, ਜੇ ਆਪ ਜੀ ਨੇ ਵਾਪਸ ਨਾ ਲਏ, ਉਹ ਬਚਨ ਨਾ ਉਲਟਾਏ ਤਾਂ ਘਰ ਦਾ ਉਜਾੜਾ ਹੋਵੇਗਾ। ਦੋਹਤਾ ਪ੍ਰਿਆ ਕੁਸ਼ਲ ਸੋ ਰਹਿ। ਇਹ ਆਪਣੀ ਸੁਪੁੱਤਰੀ ਬੀਬੀ ਵੀਰੋ ਜਿਹਦਾ ਆਪਾਂ ਵਿਆਹ ਦਾ ਕਾਰਜ ਰੱਖਿਆ, ਕਿਰਪਾ ਕਰੋ ਐਸੇ ਬਚਨ ਕਰੋ, ਇਹ ਬਚਨ ਵਾਪਸ ਲੈ ਲਵੋ, ਜਿਸ ਬਚਨਾਂ ਦੇ ਸਦਕਾ ਇਹ ਪੁੱਤਰੀ ਆਪਣੇ ਘਰ ਦੇ ਵਿੱਚ ਖੁਸ਼ ਤੇ ਸੁਖ ਦੇ ਸਹਿਤ ਰਹਿਣਾ ਕਰੇ।
ਮਹਾ ਬਿਗਨ ਘਰ ਪਰਬੋ ਚਹੈ। ਨਹੀਂ ਤਾਂ ਘਰ ਦੇ ਵਿੱਚ ਵੱਡਾ ਭਾਰੀ ਵਿਘਨ ਪਵੇਗਾ। ਪਾਤਸ਼ਾਹ ਇਹ ਬਚਨ ਤੁਹਾਡੇ ਟਲਨੇ ਨਹੀਂ, ਘਰ ਦੇ ਵਿੱਚ ਵੱਡਾ ਵਿਘਨ ਜਿਹੜਾ ਉਹ ਖੜਾ ਹੋ ਜਾਵੇਗਾ। ਰਹਿ ਬਰਾਤੇ ਕੁਸ਼ਲ ਸਮੇਤ। ਸਤਿਗੁਰੂ ਜੀ ਕਿਰਪਾ ਕਰੋ, ਜਿਹੜੀ ਬਰਾਤ ਚੱਲ ਕੇ ਆਉਣੀ ਹੈ ਆਪਣੇ ਘਰ ਦੇ ਵਿੱਚ, ਉਹ ਕੁਸ਼ਲ ਤੇ ਸੁਖ ਦੇ ਸਾਥ ਇੱਥੇ ਰਹਿਣਾ ਕਰੇ। ਸੁਖ ਸੋ ਪਹੁੰਚੈ ਬਹੁਰ ਨਿਕੇਤ। ਵਿਆਹ ਦਾ ਸਾਰਾ ਕਾਰਜ ਕਰਕੇ, ਆਨੰਦ ਕਾਰਜ ਕਰਕੇ, ਜਦੋਂ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਜਾਣ, ਸਾਰੇ ਕਾਰਜ ਨੂੰ ਕਰਕੇ ਸੁਖ ਦੇ ਸਾਥ ਉਹ ਵਾਪਸ ਆਪਣੇ ਘਰਾਂ ਨੂੰ ਜਾਣ। ਭਈ ਦੇਨ ਭਿਖਿਆ ਤੁਰ ਭਾਰੇ। ਤੇ ਹੁਣ ਮਾਤਾ ਦਮੋਦਰੀ ਜੀ ਬੜੇ ਆਤਰ ਹੋਏ, ਬੜੇ ਦੁਖੀ ਮਨ ਨਾਲ ਇਸ ਪ੍ਰਕਾਰ ਦੇ ਨਾਲ ਬੇਨਤੀ ਕਰਦੇ। ਸ਼੍ਰੀ ਹਰਿ ਗੋਬਿੰਦ ਗਿਰਾ ਉਚਾਰੀ। ਤੇ ਮਾਤਾ ਜੀ ਦੇ ਇਹ ਬਚਨ ਸੁਣ ਕਰਕੇ, ਬੇਨਤੀ ਸੁਣ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬੋਲੇ, ਕਹਿਣ ਲਗੇ, ਬਿਗਨ ਮੂਲ ਮਤ ਤੈ ਉਰ ਧਾਰਾ। ਕਹਿਣ ਲਗੇ ਦਮੋਦਰੀ ਜੀ, ਇਹ ਵਿਗਣ ਦਾ ਕਾਰਨ ਤੁਸੀਂ ਆਪ ਪੈਦਾ ਕੀਤਾ ਹੈ। ਇਹ ਵਿਗਣ ਦਾ ਮੂਲ ਮੁੱਢ ਤੁਸੀਂ ਆਪ ਆਪਣੇ ਹਿਰਦੇ ਤੋਂ ਬੰਨਿਆ ਹੈ। ਕਯੋ ਨ ਕਰਤ ਅਬ ਅੰਗੀਕਾਰ। ਤੇ ਹੁਣ ਇਹਨੂੰ ਅੰਗੀਕਾਰ ਕਿਉਂ ਨਹੀਂ ਕਰਦੇ? ਇਹ ਵਿਗਣ ਦਾ ਕਾਰਨ ਇਹਨੂੰ ਤਾਂ ਤੁਸੀਂ ਵਿਚਾਰ ਲਿਆ, ਮੰਨ ਲਿਆ, ਪਰ ਹੁਣ ਉਹਨੂੰ ਅੰਗੀਕਾਰ ਵੀ ਕਰ ਲਵੋ। ਗੁਰੂ ਕੇ ਸਿੱਖ ਲਖੇ ਅਸ ਖੋਟੇ। ਤੁਸੀਂ ਗੁਰੂ ਕੇ ਸਿੱਖਾਂ ਨੂੰ ਖੋਟੇ ਕਰਕੇ ਜਾਣੇ ਹੈ। ਗੁਰੂ ਕੇ ਸਿੱਖਾਂ ਨੂੰ ਜਿਹੜਾ ਹੈ ਉਹ ਜੋ ਗੁਰੂ ਨਾਨਕ ਦੇ ਘਰ ਦੇ ਵਿੱਚ ਮਹਾਨਤਾ ਦਿੱਤੀ ਗਈ ਆ, ਉਹ ਨਹੀਂ ਜਾਣੇ, ਗੁਰੂ ਕੇ ਸਿੱਖਾਂ ਨੂੰ ਖੋਟੇ ਕਰਕੇ ਜਾਣਿਆ ਹੈ। ਉਚਿਤ ਨ ਭੋਜਨ ਕੇ ਕਹਿ ਹੋਟੇ। ਕਹਿਣ ਲੱਗੇ ਕਿ ਉਚਿਤ ਨਹੀਂ ਹੈ ਜੇ ਭੋਜਨ ਪਹਿਲਾਂ ਸਿੱਖਾਂ ਨੂੰ ਛਕਾਉਣਾ। ਇਹ ਬਚਨ ਤੁਸੀਂ ਕਹਿ ਕਰਕੇ ਮੋੜਿਆ, ਉਹ ਤੁਸੀਂ ਮਠਿਆਈਆਂ ਗੁਰੂ ਕੇ ਸਿੱਖਾਂ ਨੂੰ ਨਹੀਂ ਛਕਾਈਆਂ। ਹੋਨਹਾਰ ਤਬ ਹਿਰਦੈ ਬਸਾਏ। ਉਹ ਹੋਣਹਾਰ ਜੋ ਹੋਣੀ ਹੈ ਉਹ ਤੋਂ ਪਹਿਲਾਂ ਆਪਣੇ ਹਿਰਦੇ ਦੇ ਵਿੱਚ ਤੁਸੀਂ ਧਾਰਨ ਕਰ ਲਈ, ਉਹਨੂੰ ਵਸਾ ਲਿਆ ਹੈ। ਕਰ ਔਗਨ ਕੋ ਪੁਨ ਪਛਤਾਏ। ਤੇ ਹੁਣ ਔਗਣ ਕਰਕੇ ਪਛਤਾਉਣਾ ਪੱਲੇ ਪਿਆ। ਜੈਸਾ ਬਚਨ ਨਾ ਕਰਦੇ, ਇਸ ਤਰ੍ਹਾਂ ਨਾ ਕਰਦੇ ਤਾਂ ਇਹ ਬਚਨ ਨਹੀਂ ਸੀ ਮੁਖ ਵਿੱਚੋਂ ਨਿਕਲਣਾ। ਇਹ ਸਾਰਾ ਜਿਹੜਾ ਕਾਰਨ ਤੁਸੀਂ ਆਪ ਬੰਨਿਆ ਹੈ। ਪੁੱਛਿਆ ਛੋ ਫਲ ਜਾਣਿਓ ਜਾਏ। ਤੇ ਹੁਣ ਕਹਿਣ ਲੱਗੇ, ਪਾਤਸ਼ਾਹ ਜੀ ਨੇ ਜਦੋਂ ਵੇਖਿਆ ਕਿ ਹੁਣ ਸਨਿਵਰ ਹੋ ਕੇ ਮਨ ਵਿੱਚ ਝੂਰਦੇ ਹੋਏ ਪਛਤਾਵਾ ਵੀ ਕਰ ਰਹੇ ਨੇ ਮਾਤਾ ਦਮੋਦਰੀ ਜੀ, ਇਹ ਵੇਖ ਕਰਕੇ ਪਾਤਸ਼ਾਹ ਕਹਿਣ ਲੱਗੇ, ਲੱਗਦਾ ਹੁਣ ਅੱਗੇ ਕੁਝ ਅੱਛਾ ਹੋਵੇਗਾ, ਹੁਣ ਚੰਗਾ ਹੋਵੇਗਾ। ਕਿਉਂਕਿ ਇਨਸਾਨ ਤੋਂ ਭੁੱਲਾ ਜਾਵੇ, ਆਪਣੇ ਭੁੱਲ ਨੂੰ ਮਨ ਕਰਕੇ ਖਿਮਾ ਲਈ ਜਾਚਨਾ ਕਰੇ, ਬੇਨਤੀ ਕਰੇ, ਤੇ ਗੁਰੂ ਬਖਸ਼ੰਦ ਵੀ ਹੈ, ਗੁਰੂ ਰਹਿਮਤ ਵੀ ਕਰਦੇ ਨੇ। ਪਾਤਸ਼ਾਹ ਨੇ ਜਦੋਂ ਐਸੇ ਵੇਖਿਆ, ਹੁਣ ਮਨ ਦੇ ਅੰਦਰ ਪਛਤਾਵਾ ਵੇਖਿਆ, ਬੜੇ ਦੀਨ ਹੋਏ, ਨਿਮਰ ਹੋਏ ਬੇਨਤੀਆਂ ਕਰ ਰਹੇ ਨੇ, ਤੇ ਪਾਤਸ਼ਾਹ ਕਹਿਣ ਲੱਗੇ, ਹੁਣ ਲੱਗਦਾ ਅੱਗੇ ਕੁਝ ਚੰਗਾ ਹੋਵੇਗਾ। ਨਰ ਗਨ ਮਹਿ ਕੁਸ਼ਲੇ ਬਨ ਆਏ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਜਿਹੜਾ ਹੈ ਇਸ ਦੇ ਨਾਲ ਜੋ ਆਪ ਜੀ ਨੇ ਬੇਨਤੀ ਕੀਤੀ ਹੈ, ਕਰ ਔਗਣ ਕੁਸ਼ਲ ਬਣ ਆਏ। ਹੁਣ ਜਿਹੜਾ ਔਗਣ ਕੀਤਾ ਸੀ ਉਹਦੇ ਤੋਂ ਹੁਣ ਕੁਝ ਅੱਗੇ ਚੰਗਾ ਬਣਨ ਦਾ ਜੋ ਹੈ ਉਹ ਨਜ਼ਰ ਆ ਰਿਹਾ ਹੈ। ਕਛ ਆਛੋ ਫਲ ਜਾਣਿਓ ਜਾਏ। ਹੁਣ ਕੋਈ ਚੰਗਾ ਫਲ ਇਹਦਾ ਪ੍ਰਾਪਤ ਹੋਵੇਗਾ, ਇਹ ਸਮਾਂ ਨਜ਼ਰ ਆ ਰਿਹਾ ਹੈ। ਨਰ ਗਨ ਮੈਂ ਕੁਸ਼ਲੇ ਬਨ ਆਏ। ਸਾਰਿਆਂ ਦੇ ਵਿੱਚ ਸੁੱਖ ਦਾ ਸਮਾਂ ਜਿਹੜਾ ਪਾਤਸ਼ਾਹ ਕਹਿਣ ਲੱਗੇ, ਜਿਹੜੀ ਬਰਾਤ ਚੱਲ ਕੇ ਆਵੇਗੀ ਉਹਨਾਂ ਦੇ ਵਿੱਚ ਕੋਈ ਐਸਾ ਜਿਹੜਾ ਹੈ ਸਮਾਂ ਨਹੀਂ ਬਣੇਗਾ। ਸਾਰੇ ਸੁੱਖ ਦੇ ਸਾਥ ਆਉਣਗੇ ਤੇ ਸੁੱਖ ਦੇ ਸਾਥ ਵਾਪਸ ਚਲੇ ਜਾਣਗੇ। ਅਪਰ ਬਿਗਨ ਸੋ ਹਟੇ ਨਾ ਕੈਸੇ। ਤੇ ਹੋਰ ਜਿਹੜਾ ਬਿਗਨ ਹੈ, ਜੋ ਬਚਨ ਹੋ ਚੁੱਕਾ, ਉਹ ਬਿਗਨ ਕਿਸੇ ਪ੍ਰਕਾਰ ਦੇ ਨਾਲ ਵੀ ਟਲ ਨਹੀਂ ਸਕਦਾ, ਉਹ ਬਿਗਨ ਜ਼ਰੂਰ ਪਵੇਗਾ। ਹਾਂ, ਤੁਹਾਡੇ ਇਹ ਪਛਤਾਵਾ ਕਰਨ ਦੇ ਨਾਲ, ਖਿਮਾ ਜਾਚਨਾ ਕਰਨ ਦੇ ਨਾਲ ਜਿਹੜੀ ਬਰਾਤ ਆਵੇਗੀ ਉਹ ਸੁੱਖ ਦੇ ਸਹਿਤ ਆਵੇਗੀ ਔਰ ਸੁੱਖ ਦੇ ਸਹਿਤ ਵਾਪਸ ਚਲੀ ਜਾਵੇਗੀ, ਪਰ ਜਿਹੜਾ ਬਿਗਨ ਹੈ ਉਹ ਜ਼ਰੂਰ ਪਵੇਗਾ। ਭਇਓ ਬਾਕ ਹੋਇਓ ਚਾਹੇ ਤੈਸੇ। ਜਿਹੜਾ ਵਾਕ ਹੋਇਆ ਉਹ ਵਾਕ ਉਸੇ ਤਰ੍ਹਾਂ ਫਲੀਭੂਤ ਹੋਵੇਗਾ, ਬਚਨ ਜ਼ਰੂਰ ਪੂਰੇ ਹੋਣਗੇ। ਕੁਛ ਦਮੋਦਰੇ ਹਰਖਤ ਹੋਏ। ਤੇ ਹੁਣ ਇਹ ਸੁਣ ਕਰਕੇ ਮਾਤਾ ਦਮੋਦਰੇ ਜੀ ਕੁਝ ਪ੍ਰਸੰਨ ਹੋਏ। ਕਿੱਥੇ ਬੜੇ ਝੂਰਦੇ ਸਨ, ਮਨ ਬੜਾ ਦੁਖੀ ਸੀ ਕਿ ਸਮਾਂ ਪਤਾ ਨਹੀਂ ਉਹ ਕੈਸਾ ਬਣੇਗਾ। ਜਿਹੜੇ ਬਚਨ ਗੁਰੂ ਸਾਹਿਬ ਜੀ ਨੇ ਕਹਿ ਦਿੱਤੇ ਨੇ, ਕਿੱਦਾਂ ਦੇ ਹਾਲਾਤ, ਕਿੱਦਾਂ ਦਾ ਸਮਾਂ ਹੋਵੇਗਾ। ਪਰ ਜਦੋਂ ਪਾਤਸ਼ਾਹ ਜੀ ਨੇ ਇਹ ਕਹੇ
ਕਿ ਜਿਹੜੇ ਨਰ ਬਰਾਤ ਵਿੱਚ ਜਿਹੜੇ ਮਨੁੱਖ ਆਉਣਗੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਔਕੜ ਕੋਈ ਮੁਸ਼ਕਲ ਨਹੀਂ ਆਵੇਗੀ, ਸੁਖ ਦੇ ਸਾਥ ਆਉਣਗੇ, ਸੁਖ ਦੇ ਸਾਥ ਚਲੇ ਜਾਣਗੇ। ਇਹ ਬਚਨ ਸੁਣ ਕਰਕੇ ਮਨ ਨੂੰ ਕੁਝ ਧੀਰਜ ਆਇਆ ਹੈ। ਨਰ ਗਨ ਬਿਖੈ ਕੁਸ਼ਲ ਰਹਿ ਜੋਈ। ਇਹ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਕਿ ਜਿਹੜੀ ਬਰਾਤ ਆਵੇਗੀ ਉਹਨਾਂ ਦੇ ਵਿੱਚ ਸਭ ਕੁਸ਼ਲ ਰਹੇਗਾ, ਸਾਰੇ ਸੁਖ ਦੇ ਸਹਿਤ ਰਹਿਣਗੇ। ਸੁਖ ਸੋ ਜਾਏ ਬਰਾਤੇ ਘਰ ਕੋ। ਸਾਰੇ ਬਰਾਤੀ ਜਿਹੜੇ ਆਉਣਗੇ ਉਹ ਇੱਥੇ ਵੀ ਕੁਸ਼ਲ ਮੰਗਲ ਆਨੰਦ ਵਿੱਚ ਰਹਿਣਗੇ ਤੇ ਵਾਪਸ ਸਾਰੇ ਕਾਰਜ ਨੂੰ ਘਰ ਕਰਨ ਤੋਂ ਬਾਅਦ ਸੁਖ ਦੇ ਸਹਿਤ ਆਪਣੇ ਘਰ ਨੂੰ ਵਾਪਸ ਚਲੇ ਜਾਣਗੇ। ਤਉ ਡਰਤ ਉਰ ਲਾਗਤ ਧਰ ਕੋ। ਇਸ ਪ੍ਰਕਾਰ ਦੇ ਨਾਲ ਬਚਨ ਸੁਣ ਕੇ ਕੁਝ ਮਨ ਨੂੰ ਧੀਰਜ ਵੀ ਮਿਲਿਆ ਹੈ, ਪਰ ਫਿਰ ਮਨ ਅੰਦਰ ਕੁਝ ਜਿਹੜਾ ਅਜੇ ਡਰ ਉਹ ਬਣਿਆ ਹੋਇਆ ਹੈ। ਮੁਖ ਕੁਮਲਾਏ ਸ਼ਸ਼ੰਕਤ ਹੋਏ। ਹੁਣ ਹਿਰਦਾ ਧੜਕਦਾ ਹੈ, ਮੁਖ ਕੁਮਲਾਇਆ ਹੋਇਆ ਹੈ, ਹਿਰਦੇ ਦੇ ਅੰਦਰ ਜਿਹੜਾ ਐਸਾ ਡਰ ਬਣਿਆ, ਸ਼ੰਕਾ ਬਣਿਆ ਹੋਇਆ ਹੈ। ਦਹਨ ਬਲੋਚਨ ਫਰਕਤ ਜੋਏ। ਇਸ ਪ੍ਰਕਾਰ ਦੇ ਨਾਲ ਮਨ ਦੇ ਅੰਦਰ ਕੁਝ ਧੀਰਜ ਵੀ ਬੰਨਿਆ ਗਿਆ, ਪਰ ਕੁਝ ਜਿਹੜਾ ਡਰ ਵੀ ਉਹ ਬਣਿਆ ਹੋਇਆ। ਇਸ ਪ੍ਰਕਾਰ ਦੇ ਨਾਲ ਹਿਰਦੇ ਵਿੱਚ ਵਿਚਾਰਦੇ ਹਨ। ਦਾਰੁਨ ਕਾਕ ਸ਼ਬਦ ਕੋ ਕਰੈ। ਤਾਂ ਜਿਹੜਾ ਉਹ ਆ ਕੇ ਘਰ ਦੇ ਉੱਤੇ ਬੜਾ ਡਰਾਉਣਾ ਸ਼ੋਰ ਮਚਾ ਰਿਹਾ ਹੈ, ਉਹ ਗਿਰਦਾਂ ਦੇ ਸਮੇਤ ਜਿਹੜਾ ਘਰ ਦੇ ਉੱਪਰ ਮੰਡਲਾ ਰਿਹਾ ਹੈ। ਗਿਰਧਨ ਸਹਿਤ ਪਰਮਤ ਘਰ ਥਿਰੈ। ਉਹ ਗਿਰਦਾਂ ਦੇ ਸਹਿਤ ਜਿਹੜਾ ਕਾਂ ਐਸਾ ਸ਼ੋਰ ਕਰਦਿਆਂ ਘਰ ਦੇ ਉੱਪਰ ਘੁੰਮ ਰਿਹਾ ਹੈ। ਮਹਾ ਉਦਾਸ ਦਿਵਸ ਦਿਖਿਅੰਤੇ। ਬੜਾ ਉਦਾਸੀ ਵਾਲਾ ਦਿਨ ਜਿਹੜਾ ਸਮਾਂ ਨਜ਼ਰ ਆਇਆ, ਐਸੇ ਕੁਛ ਲੱਛਣ ਵੇਖ ਕਰਕੇ ਜਿਹੜਾ ਬੜਾ ਉਦਾਸੀ ਵਾਲੇ ਦਿਨ ਸਮਾਂ ਨਜ਼ਰ ਆ ਰਿਹਾ ਹੈ। ਮਹਾ ਅਮੰਗਲ ਨਿਮਤ ਦਰਸੰਤੇ। ਦੇਖਿਆ ਕਿ ਅਮੰਗਲ ਕਿੱਥੇ, ਤਾਂ ਮੰਗਲ ਹੋਣੇ ਸਨ, ਖੁਸ਼ੀਆਂ ਹੋਣੀਆਂ ਸਨ, ਪਰ ਗੁਰੂ ਪਾਤਸ਼ਾਹ ਜੀ ਨੇ ਬਚਨ ਤਾਂ ਕਹਿ ਦਿੱਤੇ ਕਿ ਜਿਹੜੀ ਬਰਾਤ ਆਵੇਗੀ ਸੁਖ ਦੇ ਸਾਥ ਆਏਗੀ, ਚਲੀ ਜਾਏਗੀ, ਪਰ ਜੋ ਬਚਨ ਨੇ ਉਹ ਵੀ ਪੂਰੇ ਹੋਣਗੇ। ਇਸ ਗੱਲ ਨੂੰ ਲੈ ਕਰਕੇ ਜਿਹੜਾ ਅਮੰਗਲ ਦਾ ਸਮਾਂ ਵੀ ਜ਼ਰੂਰ ਵੇਖਣਾ ਪਵੇਗਾ। ਸਿਮਰਤ ਸਾਸੂ ਕੋ ਤਿਹ ਸਮੈ। ਉਸ ਵਕਤ ਮਾਤ ਗੰਗਾ ਜੀ ਨੂੰ ਮਾਤਾ ਦਮੋਦਰੀ ਜੀ ਨੇ ਆਪਣੇ ਸੱਸ ਮਾਤਾ ਜੀ ਨੂੰ ਯਾਦ ਕੀਤਾ ਕਿ ਮਾਤ ਗੰਗਾ ਜੀ ਦਾ ਜਦੋਂ ਸਮਾਂ ਸੀ, ਤਿਸ ਕੇ ਅਛਤ ਫਿਕਰ ਨਹਿ ਹਮੈ। ਉਹਨਾਂ ਦੇ ਹੁੰਦਿਆਂ ਅਸੀਂ ਸੁਖ ਦੇ ਸਹਿਤ ਰਹਿੰਦੇ ਸੀ। ਮਾਤਾ ਗੰਗਾ ਜੀ ਦੇ ਹੁੰਦਿਆਂ, ਉਹਨਾਂ ਦੇ ਹੁੰਦਿਆਂ ਸਾਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਫਿਕਰ ਕੋਈ ਗਮ ਝੋਰਾ ਨਹੀਂ ਸੀ ਹੁੰਦਾ। ਜਿਸ ਕੇ ਜੀਵਤ ਰਹੇ ਸੁਖਾਰੇ। ਮਾਤ ਗੰਗਾ ਜੀ ਦੇ ਜੀਵਤ ਰਹਿੰਦਿਆਂ, ਉਹਨਾਂ ਦੇ ਜਿਉਂਦੇ ਸਮੇਂ ਅਸੀਂ ਸਾਰੇ ਸੁਖ ਦੇ ਸਹਿਤ ਸੁਖੀ ਵਸਦੇ ਸੀ। ਨਿਜ ਦੁੱਖ ਕਿਸ ਕੇ ਨਿਕਟ ਉਚਾਰੇ। ਹੁਣ ਆਪਣਾ ਦੁੱਖ ਕਿਹਨੂੰ ਦਸੀਏ? ਉਸ ਵਕਤ ਤਾਂ ਕੋਈ ਦੁੱਖ ਕੋਈ ਵੇਦਨ ਹੋਣਾ, ਮਾਤ ਗੰਗਾ ਜੀ ਨੂੰ ਦੱਸਣਾ, ਉਹਨਾਂ ਨੇ ਉਹਦਾ ਹੱਲ ਕਰ ਦੇਣਾ। ਤੇ ਹੁਣ ਮਾਤ ਗੰਗਾ ਜੀ ਤਾਂ ਸਰੀਰ ਕਰਕੇ ਰਹੇ ਨਹੀਂ, ਸੰਸਾਰ ਤੋਂ ਚਲੇ ਗਏ, ਤੇ ਹੁਣ ਜਿਹੜਾ ਆਪਣਾ ਦੁੱਖ ਹੈ ਉਹ ਕਿਸ ਨੂੰ ਦੱਸਣਾ ਕਰੀਏ? ਹੋਏ ਹੋਤੇ ਜੇ ਮੁਝ ਤੇ ਬੁਰੇ। ਤੇ ਜੇ ਮੇਰੇ ਕੋਲੋਂ ਇਸ ਪ੍ਰਕਾਰ ਦੇ ਨਾਲੇ ਬੁਰੀ ਗੱਲ ਹੋਏ, ਸੁਨ ਕਰ ਜਗ ਗੁਰ ਛਮਾ ਨ ਕਰੇ। ਗੁਰਦੇਵ ਜਗਤ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉਹ ਗੱਲ ਨੂੰ क्षमा ਨਹੀਂ ਕੀਤਾ ਹੈ। ਕਿਮ ਬੇਤਹਿਗੇ ਵਿਆਹ ਮਝਾਰੇ। ਜਦੋਂ ਵਿਆਹ ਦਾ ਸਮਾਂ ਹੋਵੇਗਾ, ਵਿਆਹ ਦੇ ਕਾਰਜ ਹੋ ਰਹੇ ਹੋਣਗੇ, ਉਦੋਂ ਕਿਸ ਤਰ੍ਹਾਂ ਦੇ ਨਾਲ ਬੀਤੇਗੀ? ਬੁਰੇ ਸ਼ਗਨ ਸਭ ਜਾਹੇ ਨਿਹਾਰੇ। ਬੜੇ ਆਪ ਸ਼ਗਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ, ਉਹ ਐਸਾ ਸਮਾਂ ਜਿਹੜਾ ਉਹ ਨਜ਼ਰ ਆ ਰਿਹਾ ਹੈ। ਨਹਸਨ ਬੰਦੇ ਮੇਲ ਬੁਲਾਇਓ। ਇਸੇ ਪ੍ਰਕਾਰ ਦੇ ਨਾਲ ਜਿਹੜੇ ਸੰਬੰਧੀ ਨੇ, ਮੇਲ ਨੇ, ਰਿਸ਼ਤੇਦਾਰ, ਉਹਨਾਂ ਨੂੰ ਵੀ ਨਹੀਂ ਬੁਲਾਇਆ ਗਿਆ। ਬਹੁਰ ਕਰੂਪ ਕੈ ਸਰਾਪ ਅਲਾਇਓ। ਮੇਰੇ ਕੋਲੋਂ ਜੋ ਗੱਲ ਕਹੀ ਗਈ, ਮਠਿਆਈ ਦੇਣ ਤੋਂ ਇਨਕਾਰ ਕੀਤਾ ਹੈ, ਸੁਣ ਕੇ ਆਪਣੇ ਮੁਖ ਦੇ ਵਿੱਚੋਂ ਜਿਹੜੇ ਐਸੇ ਬਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਕੀਤੇ ਹਨ। ਇਤਿਆਦਿਕ ਬਹੁ ਹਿਰਦੈ ਵਿਚਾਰਤ। ਇਸ ਪ੍ਰਕਾਰ ਦੇ ਨਾਲ ਮਾਤਾ ਦਮੋਦਰੀ ਜੀ ਬੜੇ ਵਿਚਾਰ ਵਿੱਚ ਪਏ ਹੋਏ, ਹਿਰਦੇ ਦੇ ਵਿੱਚ ਜਿਹੜੇ ਉਹ ਬਾਰ-ਬਾਰ ਯਾਦ ਕਰਕੇ ਉਹਨੂੰ ਵਿਚਾਰਦੇ ਹਨ, ਸੋਚਾਂ ਵਿੱਚ ਪਏ ਹੋਏ ਹਨ। ਉਰ ਦਮੋਦਰੀ ਚਿੰਤਾ ਆਰਤ। ਤੇ ਹੁਣ ਮਾਤਾ ਦਮੋਦਰੀ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਬੜੀ ਚਿੰਤਾ ਵਧੀਆ ਚਿੰਤਾ ਦੇ ਸਹਿਤ ਹਨ। ਗੁਰ ਘਰ ਕੋ ਇਮ ਭਾ ਬਿਰਤਾਂਤ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ
ਕਿ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦਾ ਜਿਹੜਾ ਬਿਰਤਾਂਤ ਹੈ, ਜਿਸ ਤਰ੍ਹਾਂ ਸਾਰਾ ਕੁਝ ਵਾਪਰਿਆ, ਉਹ ਮੈਂ ਆਪ ਜੀ ਦੇ ਸਾਹਮਣੇ ਜਿਹੜਾ ਉਹ ਆਪ ਜੀ ਨੂੰ ਦੱਸ ਰਿਹਾ ਹਾਂ। ਰਚਿਓ ਵਿਆਹ ਕਰੇ ਤਿਆਰੀ ਦਾਤ। ਤੇ ਹੁਣ ਜਿਹੜੇ ਵਿਆਹ ਦੀ ਤਿਆਰੀ ਕਰਨੀ ਆਰੰਭ ਹੋਈ, ਵਿਆਹ ਦੇ ਕਾਰਜ ਦੀਆਂ ਸਾਰੀਆਂ ਜਿਹੜੀਆਂ ਤਿਆਰੀਆਂ ਇਧਰ ਗੁਰੂ ਘਰ ਦੇ ਵਿੱਚ ਕੀਤੀਆਂ ਜਾ ਰਹੀਆਂ ਹਨ। ਅਬ ਸੁਣਿਆ ਹੈ ਜਿਮ ਪਰਿਓ ਬਿਗਾਰ। ਤੇ ਹੁਣ ਇਹ ਵਿਗਾੜ ਪੈਦਾ ਕਿਵੇਂ ਹੋਇਆ? ਜਿਹੜਾ ਬਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਸੀ, ਜੇ ਮਠਿਆਈ ਸਿੱਖਾਂ ਨੇ ਨਹੀਂ ਖਾਣੀ ਮਲੇਸ਼ਾਂ ਨੇ ਖਾਣੀ ਹੈ, ਉਹ ਸਮਾਂ ਕਿਵੇਂ ਬਣਿਆ? ਇਹ ਵਿਗਾੜ ਕਿਵੇਂ ਪੈਦਾ ਹੋਇਆ? ਗੁਰੂ ਕੀ ਸੰਗਤ ਜੀ ਇਸ ਤਰ੍ਹਾਂ ਅੱਗੇ ਸੁਣਨਾ ਕਰੋ। ਭਇਓ ਜੁਦ ਬਹੁ ਪਟਨ ਸੰਗਾਰ। ਬੜਾ ਮਹਾਨ ਭਾਰੀ ਯੁੱਧ ਹੋਇਆ, ਜਿਸ ਯੁੱਧ ਦੇ ਵਿੱਚ ਜਿਹੜੇ ਬਹੁਤ ਸਾਰੇ ਸਿਪਾਹੀ ਉਹ ਮਾਰੇ ਗਏ। ਲਵਪੁਰ ਸ਼ਾਹ ਜਹਾਂ ਕੇ ਬਾਸਾ। ਇਧਰ ਲਾਹੌਰ ਦੇ ਵਿੱਚ ਬਾਦਸ਼ਾਹ ਸ਼ਾਹਜਹਾਨ ਦਾ ਜਿਹੜਾ ਉਹਨੇ ਆਪਣਾ ਨਿਵਾਸ ਕੀਤਾ, ਉਹ ਲਾਹੌਰ ਵਿੱਚ ਉਤਰਿਆ ਹੋਇਆ ਸੀ। ਅਨਗਨ ਚਮੂ ਧਰੀ ਚਹੁ ਪਾਸਾ। ਬਹੁਤ ਭਾਰੀ ਗਿਣਤੀ ਦੇ ਵਿੱਚ ਚਾਰੇ ਪਾਸੇ ਜਿਹੜੀਆਂ ਉਹਦੀਆਂ ਫੌਜਾਂ ਸਨ, ਚਾਰੇ ਪਾਸੇ ਫੌਜਾਂ ਦਾ ਤਗੜਾ ਪਹਿਰਾ ਸੀ। ਪੈਦਲ ਬ੍ਰਿੰਦ ਕਰੇ ਬਹੁ ਡੇਰੇ। ਜਿੱਥੇ ਦਾ ਡੇਰਾ ਸੀ, ਨਿਵਾਸ ਸੀ ਲਾਹੌਰ ਦੇ ਵਿੱਚ, ਉਥੇ ਵੱਡੀ ਗਿਣਤੀ ਵਿੱਚ ਪੈਦਲ ਚੱਲਣ ਵਾਲੇ ਜਿਹੜੇ ਸਿਪਾਹੀ ਸਨ, ਪੈਦਲ ਚੱਲਣ ਵਾਲੀਆਂ ਫੌਜਾਂ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਡੇਰੇ ਦੇ ਵਿੱਚ ਤਾਇਨਾਤ ਸਨ। ਤਿਮ ਹੈ ਕਿ ਅਸਵਾਰ ਕਨੇਰੇ। ਬਹੁਤ ਗਿਣਤੀ ਵਿੱਚ, ਵੱਡੀ ਗਿਣਤੀ ਵਿੱਚ ਜਿਹੜੇ ਘੋੜਸਵਾਰ ਸਿਪਾਹੀ ਸਨ, ਜਿਹੜੀਆਂ ਘੋੜੇ ਤੇ ਚੱਲਣ ਵਾਲੀਆਂ ਫੌਜਾਂ ਸਨ, ਉਹ ਵੀ ਵੱਡੀ ਗਿਣਤੀ ਦੇ ਵਿੱਚ ਤਿਆਰ ਬਰ ਤਿਆਰ ਖੜੀਆਂ ਸਨ। ਗਨ ਮਤੰਗ ਚਿੰਗਾਰਤ ਖਰੇ। ਵੱਡੀ ਗਿਣਤੀ ਦੇ ਵਿੱਚ ਮਸਤ ਹਾਥੀ ਚਿੰਗਾੜਦੇ ਹੋਏ ਖੜੇ ਹੋਏ ਸਨ। ਜਿਹੜੀਆਂ ਹਾਥੀ ਤੇ ਸਵਾਰ ਹੋਣ ਵਾਲੀਆਂ ਫੌਜਾਂ ਸਨ, ਉਹ ਵੱਡੇ ਵੱਡੇ ਹਾਥੀ ਜਿਹੜੇ ਫੌਜਾਂ ਵਾਸਤੇ ਤਿਆਰ ਚਿੰਗਾੜਦੇ ਹੋਏ ਖੜੇ ਹੋਏ ਸਨ। ਕੰਚਨ ਰਜਤ ਝੂਲ ਪਰਵਰੇ। ਜਿਨ੍ਹਾਂ ਦੇ ਉੱਤੇ ਸੋਨੇ ਤੇ ਚਾਂਦੀ ਦੇ ਝੁੱਲ ਜਿਹੜੇ ਉਹ ਪਾਏ ਹੋਏ ਸਨ। ਚਹੁ ਦਿਸ਼ਨ ਕੋ ਧਨ ਗਨ ਆਵੈ। ਚਾਰੇ ਦਿਸ਼ਾਵਾਂ ਦੇ ਵਿੱਚੋਂ ਬਹੁਤ ਧਨ ਜਿਹੜਾ ਚੱਲ ਕੇ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਆਉਂਦਾ ਸੀ। ਦੰਡ ਪਰੈ ਸਗਰੇ ਡਰ ਪਾਵੈ। ਜਿੰਨੇ ਵੀ ਲੋਕ ਸਨ ਉਹ ਸਾਰੇ ਡਰਦੇ ਸਨ, ਉਹ ਦੰਡ ਭਰਦੇ ਸਨ। ਭਾਵ ਉਹ ਜਿਹੜਾ ਹੈ ਮਾਇਆ ਬਾਦਸ਼ਾਹ ਦੇ ਕੋਲ ਟੈਕਸ ਦੇ ਵਜੋਂ ਭਰਦੇ ਸਨ, ਮਾਲੀਆ ਭੇਟ ਕਰਦੇ ਸਨ। ਅਵਨੀ ਤਲ ਮਹਿ ਅਸਨ ਹੈ ਕੋਈ। ਹੁਣ ਚੱਕਰਵਰਤੀ ਰਾਜਾ ਜਿਹੜਾ ਕੋਈ ਐਸਾ ਹੋਰ ਨਜ਼ਰ, ਜਿਵੇਂ ਚੱਕਰਵਰਤੀ ਰਾਜੇ ਹੋਇਆ ਕਰਦੇ ਨੇ, ਉਹ ਚੱਕਰਵਰਤੀ ਰਾਜਿਆਂ ਦੇ ਵਾਂਗੂ ਸ਼ਾਹਜਹਾਨ ਦਾ ਰਾਜ ਭਾਗ ਆਪਣਾ ਚਲਾਉਂਦਾ ਸੀ। ਰਾਜ ਭਾਗ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਡਰ ਦਬਦਬਾ ਦਾ ਬਣਿਆ ਹੋਇਆ ਸੀ। ਲੋਹਾ ਲਿਹੇ ਸਮੁਖ ਹੋਏ ਜੋਏ। ਐਸਾ ਕੋਈ ਨਹੀਂ ਸੀ ਜਿਹੜਾ ਬਾਦਸ਼ਾਹ ਦੇ ਸਾਹਮਣੇ ਹੋ ਕੇ ਬਾਦਸ਼ਾਹ ਨਾਲ ਲੋਹਾ ਲਵੇ, ਬਾਦਸ਼ਾਹ ਦਾ ਮੁਕਾਬਲਾ ਕਰ ਸਕੇ, ਬਾਦਸ਼ਾਹ ਦੀਆਂ ਫੌਜਾਂ ਨਾਲ ਲੜ ਸਕੇ। ਚੱਕਰ ਵਰਤ ਜਿਮ ਪ੍ਰਥਮ ਮਹਾਨੇ। ਜਿਵੇਂ ਪਹਿਲੇ ਸਮਿਆਂ ਦੇ ਵਿੱਚ ਚੱਕਰਵਰਤੀ ਮਹਾਨ ਰਾਜੇ ਹੋਇਆ ਕਰਦੇ ਸਨ। ਅਬ ਕਾਲ ਮਹਿ ਇਹ ਤਨਹੁ ਸਮਾਨੇ। ਮਾਨੋ ਕਲਯੁਗ ਦੇ ਸਮੇਂ ਦੇ ਵਿੱਚ ਉਹਨਾਂ ਦੇ ਸਮਾਨ ਇਹ ਸ਼ਾਹਜਹਾਨ ਬਾਦਸ਼ਾਹ ਹੈ। 10,000 ਤੋਪਾਂ ਜਿਹੇ ਸੰਗ। 10,000 ਵੱਡੀਆਂ ਤੋਪਾਂ ਹਰ ਵੇਲੇ ਤਿਆਰ ਬਰ ਤਿਆਰ ਇਹਦੇ ਕੋਲ ਰਹਿੰਦੀਆਂ ਸਨ। ਛੁਟ ਹੈ ਸ਼ਕਤ ਜਿਨ ਦੇ ਗਿਰ ਭੰਗ। ਜਦੋਂ ਜੋ ਤੋਪਾਂ ਚੱਲਦੀਆਂ, ਉਹ ਤੋਪਾਂ ਛੁੱਟਦੀਆਂ, ਉਹਨਾਂ ਦੀ ਐਸੀ ਸ਼ਕਤੀ ਸੀ ਕਿ ਵੱਡੇ ਵੱਡੇ ਜਿਹੜੇ ਪਹਾੜ ਪਰਬਤ ਨੇ ਉਹਨਾਂ ਨੂੰ ਭੰਗ ਕਰ ਦਿੰਦੀਆਂ, ਟੋਟੇ ਟੋਟੇ ਕਰ ਦਿੰਦੀਆਂ। ਰਹਿ ਦੁਰਗ ਇਹੋ ਬਪਰੂ ਕਹਾ। ਆ ਜਿਹੜੇ ਕਿਲੇ ਨੇ ਇਹ ਵਿਚਾਰੇ ਉਹਨਾਂ ਦੇ ਅੱਗੇ ਕੀ ਨੇ? ਤੋਪਾਂ ਦੇ ਅੱਗੇ ਉਹ ਐਸੀਆਂ ਵੱਡੀਆਂ ਤੋਪਾਂ ਨੇ, 10,000 ਤੋਪਾਂ ਜਿਹੜੀਆਂ ਵੱਡੇ ਵੱਡੇ ਪਰਬਤਾਂ ਨੂੰ ਭੰਨ ਕੇ ਸੁੱਟ ਦਿੰਦੀਆਂ ਨੇ। ਤੇ ਆ ਕਿਲੇ ਉਹ ਤੋਪਾਂ ਦੇ ਅੱਗੇ ਕੀ ਹਨ? ਥਰ ਹਰ ਧਰ ਕੰਪਾਵਤ ਮਹਾ। ਤੇ ਜਿੱਥੇ ਧਰ ਕੇ ਤੋਪਾਂ ਨੂੰ ਚਲਾਉਂਦੇ, ਮਾਨੋ ਉਥੋਂ ਧਰਤੀ ਥਰ ਥਰ ਕੰਬਦੀ। ਜਦੋਂ ਇਹ ਤੋਪਾਂ ਚਲਾਈਆਂ ਜਾਂਦੀਆਂ, ਇਹ ਤੋਪਾਂ ਦੇ ਚੱਲਣ ਦੇ ਨਾਲ ਜਿਹੜੀ ਧਰਤੀ ਆ ਉਹ ਥਰ ਥਰ ਕੰਬਦੀ ਹੈ। ਅਰਧ ਲੱਛ ਰਹਿ ਤਿਆਰ ਜਮੂਰੇ। ਅੱਧਾ ਲੱਖ, ਅਰਧ ਲੱਖ ਤੋਂ ਭਾਵ ਅੱਧਾ ਲੱਖ ਜਿਹੜੀਆਂ ਜਮੂਰੇ ਛੋਟੀਆਂ ਤੋਪਾਂ ਹਨ, ਉਹ ਹਰ ਵੇਲੇ ਤਿਆਰ ਰਹਿੰਦੀਆਂ। ਰਣ ਮਹਿਰ ਪੁਨ ਪ੍ਰਹਾਰ ਦੂਰੇ। ਜਿਹੜੀਆਂ ਤੋਪਾਂ ਜਦੋਂ ਮੈਦਾਨੇ ਜੰਗ ਵਿੱਚ ਚੱਲਦੀਆਂ,
ਵੈਰੀਆਂ ਨੂੰ ਮਾਰਨ ਵਾਲੀਆਂ ਦੂਰੋਂ ਹੀ ਜਦੋਂ ਇਹ ਚਲਾਈਆਂ ਜਾਂਦੀਆਂ ਬੜੇ ਦੂਰ ਤੱਕ ਨਿਸ਼ਾਨਾ ਸਿੱਧ ਕੇ ਵੈਰੀਆਂ ਨੂੰ ਮਾਰਦੀਆਂ। ਬੜ ਸਮਾਜ ਸੋ ਉਤਰਿਓ ਸ਼ਾਹੂ, ਵੱਡੇ ਸਾਜੋ ਸਮਾਨ ਦੇ ਸਹਿਤ ਫੌਜਾਂ ਦੇ ਸਮੇਤ ਬਾਦਸ਼ਾਹ ਸ਼ਾਹਜਹਾਨ ਲਾਹੌਰ ਵਿਖੇ ਉਤਰਿਆ ਹੈ। ਸੇ ਵਹਿ ਸਭ ਚਿਤ ਕੇ ਨਰ ਨਾਹੂ, ਜਿੰਨੇ ਵੀ ਇੱਥੇ ਦੇ ਵਸਣ ਵਾਲੇ ਲੋਕ ਸਨ ਉਹ ਸਾਰੇ ਬਾਦਸ਼ਾਹ ਨੂੰ ਸੇਵਦੇ ਡਰਦੇ ਸਨ, ਇਹਦਾ ਭੈ ਮੰਨਦੇ ਸਨ। ਇੱਕ ਦਿਨ ਨਿਕਸਿਓ ਲਵਪੁਰ ਛੂਰਾ, ਹੁਣ ਇੱਕ ਦਿਨ ਬਾਦਸ਼ਾਹ ਸ਼ਾਹਜਹਾਨ ਦਾ ਮਨ ਬਣਿਆ ਸ਼ਿਕਾਰ ਖੇਡਣ ਦਾ। ਇਹਨੇ ਲਾਹੌਰ ਨੂੰ ਛੱਡਣਾ ਕੀਤਾ ਲਾਹੌਰ ਤੋਂ ਸ਼ਿਕਾਰ ਖੇਡਣ ਵਾਸਤੇ। ਕਰ ਕੈ ਸਦਨ ਸੁਦਾਸਰ ਊਰਾ, ਆਪਣਾ ਡੇਰਾ ਆਪਣਾ ਘਰ ਤਿਆਗ ਕਰਕੇ ਜਿੱਥੇ ਦਾ ਡੇਰਾ ਸੀ ਉਹਨੂੰ ਛੱਡ ਕਰਕੇ ਸ਼ਿਕਾਰ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਇਹ ਸ਼ਾਹਜਹਾਨ ਬਾਦਸ਼ਾਹ ਲਾਹੌਰ ਤੋਂ ਇਹਨੇ ਸ਼ਿਕਾਰ ਖੇਡਣ ਵਾਸਤੇ ਚਾਲਾ ਪਾਇਆ। ਕਿਵੇਂ ਸ਼ਿਕਾਰ ਖੇਡਦਾ ਖੇਡਦਾ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਪਹੁੰਚਦਾ ਹੈ। ਇਧਰੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸ਼ਿਕਾਰ ਕਰਨ ਦਾ ਮਨ ਬਣਦਾ ਹੈ। ਉਹ ਵੀ ਉਸੇ ਜੰਗਲ ਵਿੱਚ ਪਹੁੰਚਦੇ ਨੇ ਜਿੱਥੇ ਸ਼ਾਹਜਹਾਨ ਸ਼ਿਕਾਰ ਖੇਡਣ ਵਾਸਤੇ ਆਇਆ ਹੈ। ਕਿਸ ਤਰ੍ਹਾਂ ਦੇ ਨਾਲ ਅੱਗੇ ਇਹ ਸਾਰਾ ਜਿਹੜਾ ਜੰਗ ਦਾ ਪ੍ਰਸੰਗ ਹੈ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸ਼ਿਕਾਰ ਖੇਡਦਿਆਂ ਦੇ ਨਾਲ ਕਿਵੇਂ ਜੋ ਬਚਨ ਗੁਰੂ ਸਾਹਿਬ ਜੀ ਨੇ ਕਹੇ ਸਨ ਉਹ ਸਾਰਾ ਸਮਾਂ ਬਣਦਾ ਹੈ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਵਰਣਨ ਕਰਦੇ ਆ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ ਸੀਸ ਬਖਸ਼ਣੀ, ਸਤਿਗੁਰੂ ਪਾਤਸ਼ਾਹ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਇੱਕ ਅਰਦਾਸ ਪਾਠ ਕੀ ਰਤ ਕੇ, ਇੱਕ ਅਰਦਾਸ ਪਾਠ ਕੀ ਰਤ ਕੇ। ਇੱਕ ਅਰਦਾਸ ਪਾਠ ਕੇ ਰਤ ਕੇ, ਇੱਕ ਅਰਦਾਸ ਪਾਠ ਕੀ ਰਤ ਕੇ, ਇੱਕ ਅਰਦਾਸ ਪਾਠ ਕੀ ਰਤ ਕੇ। ਇੱਕ ਅਰਦਾਸ ਪਾਠ ਕੇ ਰਤ ਕੇ, ਇੱਕ ਅਰਦਾਸ ਪਾਠ ਕੇ ਰਤ ਕੇ। ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਵਾਹਿਗੁਰੂ 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 ਵਾਹਿਗੁਰੂ। ਅਚੁਤ ਹੈ ਪਾਰ ਬ੍ਰਹਮਾ, ਅਗਨਾਸੇ ਅਗਨਾਸ, हे ਪੂਰਨ ਹੈ ਸਰਬ ਮੈਂ। ਸੁਖ ਪੰਜਨ ਗੁਣਤਾ, हे ਸੰਗ ਹੈ ਨਿਰੰਕਾਰ। हे ਨਿਰਗੁਣ ਸਭ ਟੇਕ, हे ਗੋਬਿੰਦ ਹੈ ਗੁਣ ਨਿਧਾਨ। ਰਾਖੈ ਸਦਾ ਵਿਵੇਕ, हे ਅਪਰੰਪਰ ਹਰ ਹਰੇ। ਹੈ ਪੇਹੋ ਬਨਹਾਰ, हे ਸੰਤः ਕੈ ਸਦਾ ਸੰਗ। हे ਧਾਰਾ ਆਧਾਰ, हे ਠਾकुर ਹਉ ਦਸਰੋ। ਹੈ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ ਦਾਨ। ਰਾਖੋ ਹੀਐ ਪਰੋ, ਆਏ ਪ੍ਰਭ ਸਰਨਾਗਤੀ। ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ
ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।